स्वागत गल्लां ते की देख रहे सारे दर्शकों का निੱਘਾ स्वागत करदी हां। मैं हां परमवीर। हर रोज़ साडे दर्शकों नूं उड़ीक हुंदी है साडे प्रोग्राम दी और हर रोज़ असी एक नवां विशा तुहाडे लई लैके आउने हां और अज दा विशा बेहद खास होएगा हर वर्ग दे लई, चाहे वह बच्चा है, नौजवान या फिर बजुर्ग, क्योंकि अक्सर असी देखते हैं कि हर किसी नूं किसी ना किसी गल दा तनाव जरूर हुंदा है। सो ये तनाव असी किद्दां दूर करना है? बहुत सारे तरीके ने जिन्हां दी असी अज गलबात करनी है, क्योंकि अज असी मना रहे हैं इंटरनेशनल स्ट्रैस अवेयरनेस डे। सो इस विषय ते गलबात करने लई जिहड़े खास मेहमान असी बुलाए ने उन्हां नाल तुहानूं रूबरू करवा दईए। साडे कोल पहुंचे ने जी श्री सिमरजीत सिंह जी, जो कि प्रेरणादायक स्पीकर ने। तुहाडा बहुत बहुत स्वागत करदे हां प्रोग्राम 'च। थैंक यू जी। धन्यवाद। इंटरनेशनल स्ट्रैस अवेयरनेस डे, सब तो पहला तो आपां इस दिन बारे जानना चाहांगे कि की है इस दिन का महत्व, क्यों लोड़ महसूस हुई इस नूं मनाउण दी? जो मॉडर्न लाइफस्टाइल हो गया ਉਹਦੇ 'ਚ ਪਹਿਲੇ ਨਾਲੋਂ ਜ਼ਿਆਦਾ ਜੋ ਤਣਾਅ ਵਧਣ ਦੇ ਕਾਰਨ ਸਟ੍ਰੈਸ ਇੱਕ ਸਾਇਲੈਂਟ ਕਿਲਰ ਮੰਨਿਆ ਜਾਂਦਾ ਕਿ ਜੇ ਇਹਦਾ ਪ੍ਰੋਪਰ ਇਹਨੂੰ ਆਈਡੈਂਟੀਫਾਈ ਕਰਕੇ ਇਹਨੂੰ ਟ੍ਰੀਟ ਨਾ ਕੀਤਾ ਜਾਏ ਜਾਂ ਇਹਦੇ ਬਾਰੇ ਗੱਲਬਾਤ ਨਾ ਕੀਤੀ ਜਾਏ ਸੋਸਾਇਟੀ 'ਚ ਤੇ ਇਹ ਬਹੁਤ ਨੁਕਸਾਨ ਅੰਦਰ ਹੀ ਅੰਦਰ ਕਰਦਾ। ਸੋ ਬੜਾ ਅੱਛਾ ਹੈ ਇੱਦਾਂ ਦਾ ਇੱਕ ਦਿਨ ਇਹਨੂੰ ਐਲੋਕੇਟ ਕਰਨਾ, ਕਿਉਂਕਿ ਇੱਕ ਇੱਦਾਂ ਦੀ ਚੀਜ਼ ਹੈ ਜਿਹਨੂੰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਆ ਜੀ कि स्ट्रैस हो रही है या किस डिग्री हो रही, जस्ट लाइक जिदा कि हैडेक हो रही है तो डिस्प्रिन लै लो, पर नहीं, ये उस तो ज़्यादा खतरनाक हो सकती है स्ट्रैस जी, खास करके प्रोलॉन्ग स्ट्रैस। तो मैं समझदा इहदे बारे गलबात करना बहुत जरूरी है जी। स्ट्रैस यानी कि तनाव, ਆਪਾਂ ਇਹੀ ਤੁਹਾਨੂੰ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਅਸਲ ਦੇ ਵਿੱਚ ਤਣਾਅ ਹੈ ਕੀ, ਕਿਉਂਕਿ ਅਕਸਰ ਅਸੀਂ ਸੁਣਦੇ ਹਾਂ ਹਰ ਕਿਸੇ ਦੀ ਜ਼ੁਬਾਨ ਤੇ ਕਿ ਸਾਨੂੰ ਬੜੀ ਟੈਨਸ਼ਨ ਹੈ, ਸਾਨੂੰ ਇਸ ਗੱਲ ਦਾ ਤਣਾਅ ਹੈ, ਸਾਨੂੰ ਉਸ ਗੱਲ ਦਾ ਤਣਾਅ ਹੈ। ਕਈ ਵਾਰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਤਣਾਅ ਹੈ ਕਿਸ ਗੱਲ ਦਾ। ਕਿਸੇ ਵੀ ਸਿਸਟਮ ਤੇ ਜ਼ਰੂਰਤ ਤੋਂ ਜ਼ਿਆਦਾ ਜਦੋਂ ਵਜ਼ਨ ਪਾਇਆ ਜਾਏ ਉਹਨੂੰ ਕਹਿੰਦੇ ਵੀ ਦੈਟ ਸਿਸਟਮ ਉਹ ਸਟ੍ਰੈਸ ਹੋ ਗਿਆ ਜੀ। ਜੇ ਕਾਰ ਨੂੰ ਵੀ ਕਿਸੇ ਇੰਜਨ ਨੂੰ ਵੀ ਉਹਨੂੰ ਜ਼ਰੂਰਤ ਤੋਂ ਜ਼ਿਆਦਾ ਉਹਦੇ ਇੰਜਨ ਤੇ ਜਦੋਂ ਜ਼ੋਰ ਪੈਂਦਾ ਤੇ ਉਹਨੂੰ ਕਹਿੰਦੇ ਵੀ ਇੰਜਨ ਵੀ ਸਟ੍ਰੈਸਡ ਹੈ ਇਸ ਟਾਈਮ, ਅੰਡਰ ਸਟ੍ਰੈਸ ਪਰਫਾਰਮ ਕਰ ਰਿਹਾ। ਇਨਸਾਨ ਦੇ ਮਨ ਉੱਤੇ ਵੀ ਉਹਦੇ ਸਰੀਰ ਤੇ ਵੀ ਜਦੋਂ ਜ਼ਰੂਰਤ ਤੋਂ ਜ਼ਿਆਦਾ ਬੋਝ ਹੋ ਜਾਏ, ਕਈ ਵਾਰੀ ਕੁਝ ਰਿਐਲਿਟੀਜ਼ ਹੁੰਦੇ ਨੇ ਤੇ ਕੁਝ ਬਣਾਏ ਹੁੰਦੇ ਨੇ, ਆਪਣੇ ਬਣਾਏ ਹੁੰਦੇ ਨੇ, ਪਰ ਜਦੋਂ ਬੋਝ ਉਹਦੀ ਬਰਦਾਸ਼ਤ ਸ਼ਕਤੀ ਤੋਂ ਵੱਧ ਸ਼ੁਰੂ ਹੋ ਜਾਂਦਾ ਉਦੋਂ ਫਿਰ ਅਸੀਂ ਇਹ ਟਰਮ ਯੂਜ਼ ਕਰਦੇ ਹਾਂ ਕਿ ਬੋਡੀ ਔਰ ਮਾਈਂਡ ਇਜ਼ ਅੰਡਰ ਸਟ੍ਰੈਸ, ਰਾਈਟ। ਇਹਦੇ 'ਚ ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਈ ਸਾਨੂੰ ਇਹਨਾਂ ਦੀਆਂ ਮਿਸਾਲਾਂ ਵੀ ਮਿਲਣਗੀਆਂ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਵਜ਼ਨ ਕੈਰੀ ਕਰ ਰਹੇ ਨੇ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ, ਫਿਰ ਵੀ ਉਹ ਬੜੇ ਹੱਸਦੇ ਖੇਡਦੇ ਨੇ। ਤੇ ਕਈ ਸਾਨੂੰ ਇਦਾਂ ਦੇ ਸ਼ਖਸ ਵੀ ਮਿਲਣਗੇ ਕਿ ਜਿਨ੍ਹਾਂ ਤੇ ਕੋਈ ਵੀ ਵਜ਼ਨ ਨਹੀਂ ਹੈ ਪਰ ਫਿਰ ਵੀ ਉਹ ਸ਼ਿਕਾਇਤ ਕਰ ਰਹੇ ਨੇ। ਸੋ ਇਹ ਪਰਸਨ ਟੂ ਪਰਸਨ ਵੇਰੀ ਵੀ ਕਰਦਾ, ਪਰ ਸਾਡੇ 'ਚ ਇੱਦਾਂ ਦੀਆਂ ਮਿਸਾਲਾਂ ਵੀ ਨੇ ਜਿਹੜੇ ਇਸੇ ਹੀ ਇਹਨਾਂ ਹੀ ਮੁਸੀਬਤਾਂ ਨੂੰ ਬੜੇ ਹੱਸਦੇ ਖੇਡਦੇ ਬੜੀ ਬਹਾਦਰੀ ਨਾਲ ਚੱਲਦੇ ਨੇ, ਤੇ ਕਈ ਜਿਹੜੇ ਇਹਨਾਂ ਨੂੰ ਨੈਗੇਟਿਵਲੀ ਲੈ ਪਾਉਂਦੇ ਨੇ। ਸੋ ਉਹਦੇ ਬਾਰੇ ਵੀ ਉਹ ਇੱਕ ਫੈਕਟਰ ਹੈ ਕਿ ਕੌਣ ਕਿੰਨਾ ਸਟ੍ਰੈਸ ਐਕਸਪੀਰੀਅੰਸ ਕਰਦਾ। ਔਰ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਵੀ ਇੱਕ ਬਿਮਾਰੀ ਹੈ, ਮਤਲਬ ਕਿ ਹੋਰ ਜਿਹੜੀਆਂ ਬਿਮਾਰੀਆਂ ਉਹਨਾਂ ਤੋਂ ਉੱਪਰ ਕਾਫੀ ਵੱਡੀ ਬਿਮਾਰੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਮੱਸਿਆ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਸਟ੍ਰੈਸ ਦੇ ਨਾਲ। ਔਰ ਜੇ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਪਤਾ ਲਗਾਇਆ ਜਾਵੇ ਕਿ ਸਾਹਮਣੇ ਵਾਲਾ ਬੰਦਾ ਜਿਹੜਾ ਹੈ ਸਟ੍ਰੈਸ ਦੇ ਵਿੱਚ ਹੈ, ਕਿਉਂਕਿ ਜਿਵੇਂ ਬਿਮਾਰੀਆਂ ਦੀ ਗੱਲ ਕੀਤੀ ਹੈ ਸਾਨੂੰ ਪਤਾ ਲੱਗ ਜਾਂਦਾ ਕਿ ਇਸ ਬੰਦੇ ਨੂੰ ਲੱਛਣਾਂ ਦੀ ਜੇ ਆਪਾਂ ਗੱਲ ਕਰੀਏ ਵੀ ਇਹ ਬਿਮਾਰੀ ਹੈ, ਤੇ ਜਿਹੜੇ ਸਟ੍ਰੈਸ ਦੀ ਹੈ ਯਾਨੀ ਤਣਾਅ ਦੇ ਲੱਛਣ ਸਾਈਨ ਆ ਸਿੰਪਟਮ ਨੇ ਉਹ ਕੀ ਨੇ? ਬਿਮਾਰੀ ਨਹੀਂ ਕੰਸੀਡਰ ਕਰਾਂਗਾ ਨਾ ਮੈਂ, ਇੱਕ ਮਾਈਂਡਸੈਟ ਕੰਸੀਡਰ ਕਰਾਂਗਾ, ਇੱਕ ਸੋਚਣ ਦਾ ਢੰਗ ਹੈ, ਇੱਕ ਕ੍ਰੋਨਿਕ ਰਿਪੀਟਡ ਜਿਹੜਾ ਵਾਰ-ਵਾਰ ਇੱਕ ਹੀ ਢੰਗ ਨਾਲ ਅਸੀਂ ਸੋਚਦੇ ਹਾਂ ਤੇ ਫਿਰ ਉਹ ਚੀਜ਼ ਉਹ ਇੱਕ ਰੂਟ ਕਾਜ਼ ਬਣ ਜਾਂਦੀ ਹੈ, ਉਹਦਾ ਕਾਰਨ ਬਣ ਜਾਂਦਾ ਜਿੱਥੋਂ ਸਟ੍ਰੈਸ ਸਾਡੀ ਸ਼ੁਰੂ ਹੁੰਦੀ ਹੈ। ਮੰਨ ਲਓ ਫੋਰ ਐਗਜ਼ਾਮਪਲ ਜਿੱਦਾਂ ਅਸੀਂ ਲੈ ਲਈਏ ਕਿ ਜੇ ਮੈਂ ਉੱਠਦੇ ਸਾਰ ਸਭ ਤੋਂ ਪਹਿਲੇ ਆਪਣਾ ਮੋਬਾਈਲ ਫੋਨ ਚੁੱਕ ਕੇ ਤੇ ਉਹਦੇ ਤੇ ਮੈਂ ਚੈੱਕ ਕਰ ਲਿਆ ਵੀ ਕੀ WhatsApp ਤੇ ਕੀ ਹੋ ਰਿਹਾ, ਹੋਰ ਕੀ ਸਾਰਾ ਮੈਂ ਆਪਣਾ ਕੰਮ ਜਿਹੜਾ 9 ਵਜੇ ਸਟਾਰਟ ਹੋਣਾ ਜਾਂ 8:30 ਸਟਾਰਟ ਹੋਣਾ, ਮੰਨ ਲਓ 8 ਵਜੇ ਸਟਾਰਟ ਹੋਣਾ ਜੀ, ਉਹਨੂੰ ਮੈਂ 2 ਘੰਟੇ ਪਹਿਲੇ ਖੁਦ ਸਟਾਰਟ ਕਰ ਲਿਆ। ਸੋ ਇਹ ਇੱਕ ਥਿੰਕਿੰਗ ਪੈਟਰਨ ਹੈ ਜਿਹਨੂੰ ਅਸੀਂ ਖੁਦ ਚੇਂਜ ਕਰਨਾ। ਸੋ ਕਹਿੰਦੇ ਨਾ ਕਿ ਜਿੱਦਾਂ ਸੋਚ ਨੂੰ ਬਦਲਣ ਨਾਲ ਹੀ ਬੰਦੇ ਦੀ ਜ਼ਿੰਦਗੀ ਬਦਲਦੀ ਹੈ। ਤਾਂ ਸਟ੍ਰੈਸ ਦਾ ਜਿਹੜਾ ਰੂਟ ਕਾਜ਼ ਹੈ ਇਹ ਸਾਡੀ ਸੋਚ ਸ਼ਕਤੀ ਤੋਂ ਸ਼ੁਰੂ ਹੋ ਰਿਹਾ ਜੀ। ਤਾਂ ਅਸੀਂ ਜਦੋਂ ਹੌਲੀ ਹੌਲੀ ਆਪਣੀ ਸੋਚ ਨੂੰ ਇੱਕ ਬੈਟਰ ਡਾਇਰੈਕਸ਼ਨ 'ਚ ਲੈ ਕੇ ਜਾਂਦੇ ਹਾਂ ਤੇ ਇਹਦਾ ਰੂਟ ਕਾਜ਼ ਟ੍ਰੀਟ ਹੁੰਦਾ ਐਂਡ ਇਨਸਾਨ ਬਿਹਤਰ ਮਹਿਸੂਸ ਕਰਨਾ ਸ਼ੁਰੂ ਹੁੰਦਾ। ਸੋ ਸਾਰੀ ਚੀਜ਼ ਜਿਹੜੀ ਸੋਚ ਤੋਂ ਸ਼ੁਰੂ ਹੋ ਰਹੀ ਹੈ ਉਹ ਵੀ ਕਿਸ ਚੀਜ਼ ਵੱਲ ਧਿਆਨ ਦੇ ਰਹੇ, ਕਿਹਨੂੰ ਜ਼ਿਆਦਾ ਅਟੈਂਸ਼ਨ ਦੇ ਰਹੇ ਜੀ। ਸੋ ਜਦੋਂ ਤੁਸੀਂ ਗੱਲ ਕੀਤੀ ਵੀ ਇਹਨੂੰ ਕਿੱਦਾਂ ਇਹਨੂੰ ਰਿਡਿਊਸ ਕੀਤਾ ਜਾਏ, ਕਿਸ ਤਰੀਕੇ ਨਾਲ ਇਹਨੂੰ ਅਸੀਂ ਡੇ ਟੂ ਡੇ ਲਾਈਫ 'ਚ ਘਟਾ ਸਕੀਏ, ਅਸੀਂ ਜੋ ਫਿਜ਼ੀਕਲੀ ਕੰਜ਼ਿਊਮ ਜੋ ਖਾਂਦੇ ਹਾਂ, ਜੋ ਡਾਈਟ 'ਚ ਖਾਂਦੇ ਹਾਂ, ਉਹਦਾ ਸਾਡੇ ਸਰੀਰ 'ਤੇ ਅਸਰ ਹੁੰਦਾ। ਮਾਨਸਿਕ ਤੌਰ 'ਤੇ ਅਸੀਂ ਜੋ ਸੁਣਦੇ ਹਾਂ, ਪੜ੍ਹਦੇ ਹਾਂ, ਜਿਸ ਤਰੀਕੇ ਦੀ ਸੰਗਤ 'ਚ ਬਹਿੰਦੇ ਹਾਂ, ਉਹਦਾ ਵੀ ਸਾਡੇ 'ਤੇ ਅਸਰ ਹੁੰਦਾ, ਪਰ ਉਹਨੂੰ ਅਸੀਂ ਉਨੀ ਤਵੱਜੋ ਨਹੀਂ ਦਿੰਦੇ ਜੀ, ਉਹਨੂੰ ਅਸੀਂ ਉਹਨਾਂ ਵੇਟੇਜ ਨਹੀਂ ਦਿੰਦੇ। ਸੋ ਗੱਲ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਨਾ ਕਿ ਮੈਂ ਜਿਹਦੇ ਨਾਲ ਮੈਂ 1 ਘੰਟਾ ਬਿਤਾ ਰਿਹਾ, ਕਿਸੇ ਨਾਲ ਟਾਈਮ ਸਪੈਂਡ ਕਰ ਰਿਹਾ,
ਉਹਦੀ ਸੋਚ ਦਾ ਮੇਰੇ ਤੇ ਪ੍ਰਭਾਵ ਹੋ ਰਿਹਾ ਕਿ ਉਹ ਪੋਜ਼ਿਟਿਵ ਹੈ ਨੈਗੇਟਿਵ ਹੈ ਕਿਦਾਂ, ਇਹ ਵੀ ਚੀਜ਼ ਇੰਪੋਰਟੈਂਟ। ਮੈਂ ਆਪਣੇ ਫੋਨ ਤੇ ਜੇ ਬਿਜ਼ੀ ਆ, ਮੈਂ ਉੱਤੇ ਕਿਸ ਤਰੀਕੇ ਦਾ ਮਟੀਰੀਅਲ ਸੀ, ਫੋਨ ਕਸੂਰਵਾਰ ਨਹੀਂ ਹੈ, ਟੈਕਨੋਲੋਜੀ ਕਸੂਰਵਾਰ ਨਹੀਂ ਹੈ, ਮੈਂ ਕਿਸ ਤਰੀਕੇ ਦਾ ਮਟੀਰੀਅਲ ਪੜ੍ਹ ਰਿਹਾ, ਅਬਜ਼ੌਰਬ ਕਰ ਰਿਹਾ, ਕਿਹਦੇ ਬਾਰੇ ਗੱਲ ਕਰ ਰਿਹਾ, ਉਹੀ ਮੇਰੇ ਮਨ ਤੇ ਉਹਨਾਂ ਹਾਵੀ ਹੋਏਗਾ। ਸੋ ਇਹ ਸਾਰੇ ਕਾਰਨ ਬੜੇ ਜਿਹੜੇ ਇੰਪੋਰਟੈਂਟ ਨੇ ਜੀ। ਔਰ ਜਦੋਂ ਤੁਸੀਂ ਗੱਲ ਕਰ ਰਹੇ ਹੋ ਨੈਗੇਟਿਵ ਤੇ ਪੋਜ਼ਿਟਿਵ ਸੋਚ ਦੀ, ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਦਿਮਾਗ 'ਚ ਪੋਜ਼ਿਟਿਵ ਖਿਆਲ ਜਿਹੜੇ ਆ ਉਹ ਘੱਟ ਆਉਂਦੇ ਆ ਤੇ ਨੈਗੇਟਿਵ ਜਿਹੜੇ ਆ ਉਹ ਜ਼ਿਆਦਾ ਆਉਂਦੇ ਆ, ਤੇ ਉਹਦਾ ਕੀ ਕਾਰਨ ਹੈ? ਤੁਸੀਂ ਲੱਛਣ ਦੀ ਗੱਲ ਕੀਤੀ, ਸਿੰਪਟਮਸ ਦੀ ਗੱਲ ਕੀਤੀ ਸੀ ਪਹਿਲੇ। ਸਭ ਤੋਂ ਵੱਡਾ ਸਿੰਪਟਮ ਇਹ ਹੁੰਦਾ ਜਿਹੜਾ ਅਸੀਂ ਜੇ ਉਸ ਪਲ ਦੇ ਵਿੱਚ ਨਾ ਹੋਈਏ ਜੀ। ਇਹ ਸਭ ਤੋਂ ਵੱਡਾ ਇੱਕ ਸਿੰਪਟਮ ਹੈ ਕਿ ਬੰਦਾ ਤਣਾਅ 'ਚ ਹੈ ਇਸ ਟਾਈਮ। ਜਿਹਦੇ ਆਸ-ਪਾਸ ਜੋ ਕੁਝ ਹੋ ਰਿਹਾ ਉਹਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ। ਇਹ ਜ਼ਿਆਦਾਤਰ ਅੱਜ ਕੱਲ੍ਹ ਦੋ ਸਥਿਤੀ 'ਚ ਹੁੰਦੇ ਆ, ਜਾਂ ਤੇ ਬੰਦਾ ਮੋਬਾਈਲ ਫੋਨ ਤੇ ਬਿਜ਼ੀ ਹੈ ਤਾਂ ਵੀ ਉਹਨੂੰ ਨਹੀਂ ਪਤਾ ਆਸ-ਪਾਸ ਕੀ ਹੋ ਰਿਹਾ, ਤੇ ਜਾਂ ਉਹ ਤਣਾਅ 'ਚ ਹੈ ਤਾਂ ਵੀ ਉਹਨੂੰ ਪਤਾ ਨਹੀਂ ਆਸ-ਪਾਸ ਕੀ ਹੋ ਰਿਹਾ। ਤੋ ਇਸ ਕਰਕੇ ਇਹ ਜਿਹੜਾ ਤੁਸੀਂ ਪੋਜ਼ਿਟਿਵ ਹੋਣ ਦੀ ਹੁਣ ਗੱਲ ਕੀਤੀ, ਉਹਦੇ ਦੀ ਸਭ ਤੋਂ ਵੱਡੀ ਇਹ ਚੀਜ਼ ਹੈ ਕਿ ਉਸ ਪਲ ਦੇ ਵਿੱਚ ਵਾਪਸ ਆਓ ਜੀ। ਉਸ ਪਲ ਦੇ ਵਿੱਚ ਵਾਪਸ ਆਓ, ਪ੍ਰੈਜ਼ੈਂਟ 'ਚ ਵਾਪਸ ਆਓ। ਜਿਹੜੇ ਮਨ ਦੇ ਘੋੜੇ ਦੌੜਦੇ ਨੇ ਅਤੀਤ ਵੱਲ ਵੀ ਉਹ ਗਲਤ ਹੋਇਆ, ਉਹ ਇਦਾਂ ਹੁੰਦਾ ਤੇ ਇਦਾਂ ਹੁੰਦਾ, ਉਹ ਨੈਚੁਰਲ ਆ, ਬੜੀ ਨੈਚੁਰਲ ਚੀਜ਼ ਆ। ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਦਿਆਂ ਕਿ ਸਟ੍ਰੈਸ ਹਰ ਇੱਕ ਵਿਅਕਤੀ ਇਹਦੇ ਚੋਂ ਗੁਜ਼ਰਦਾ। ਸਟ੍ਰੈਸ ਮਾੜੀ ਚੀਜ਼ ਨਹੀਂ ਹੈ ਜੀ। ਤੇ ਸ਼ਾਇਦ ਜੇ ਆਪਣਾ ਸਵਾਲ ਅਸੀਂ ਇਹਨੂੰ ਥੋੜਾ ਜਿਹਾ ਮੋੜ ਕੇ ਇਦਾਂ ਕਰੀਏ ਕਿ ਸਟ੍ਰੈਸ ਨੂੰ ਮੈਨੇਜ ਕਰਨਾ ਤੋਂ ਹਟਾ ਕੇ ਬਣੀਏ ਕਿ ਅਸੀਂ ਤਾਕਤਵਰ ਕਿੱਦਾਂ ਬਣਨਾ, ਇਹ ਇੱਕ ਬੈਟਰ ਸਵਾਲ ਹੋਏਗਾ। ਕਿਉਂਕਿ ਹਰ ਵਿਅਕਤੀ ਨੇ ਸਟ੍ਰੈਸ ਚੋਂ ਗੁਜ਼ਰਨਾ। ਟ੍ਰੈਫਿਕ ਸਾਰਿਆਂ ਲਈ ਬਰਾਬਰ ਹੈ, ਹੋਰ ਦੁਨਿਆਵੀ ਮੁਸੀਬਤਾਂ ਸਾਰਿਆਂ ਲਈ ਬਰਾਬਰ ਹੈ। ਲੋਕਾਂ ਨੇ ਲੋਨ ਦੇਣੇ ਹੈ, ਗੈਸ ਸਿਲੰਡਰ ਬੁੱਕ ਕਰਾਣੇ ਹੈ, ਹੋਰ ਕਿੰਨੀਆਂ ਪ੍ਰੋਬਲਮ। ਬੱਚਿਆਂ ਨੇ ਸਕੂਲ ਸਵੇਰੇ ਟਾਈਮ ਸਿਰ ਤਿਆਰ ਹੋ ਕੇ ਜਾਣਾ, ਬੌਸ ਲਈ ਇੰਪਲੋਈਜ਼ ਗੱਲ ਨਹੀਂ ਸੁਣਦੇ ਆਫਿਸ ਵਿੱਚ, ਘਰੇ ਆਓ ਬੱਚੇ ਗੱਲ ਨਹੀਂ ਸੁਣਦੇ, ਹੋਰ ਕਿੰਨੀਆਂ। ਸੋ ਇਹ ਸਮੱਸਿਆਵਾਂ ਰਹਿਣਗੀਆਂ ਜੀ। ਅਸੀਂ ਜੋ ਇਹ ਤੋਂ ਬਾਹਰ ਆਉਂਦਾ ਇਹ ਹੈ ਕਿ ਅਸੀਂ ਤਾਕਤਵਰ ਕਿੱਦਾਂ ਬਣਨਾ, ਅਸੀਂ ਇਹਨਾਂ ਨਾਲ ਡੀਲ ਕਿੱਦਾਂ ਕਰਨਾ, ਤੇ ਉਹਦੇ 'ਚ ਕੁਝ ਚੀਜ਼ਾਂ ਅਹਿਮ ਨੇ। ਇੱਕ ਤੇ ਪੋਜ਼ਿਟਿਵ ਮਾਈਂਡਸੈਟ ਬਣਾਉਣਾ ਬਹੁਤ ਜ਼ਰੂਰੀ ਆ ਕਿ ਉਹਨੂੰ ਐਜ਼ ਅ ਇੱਕ ਗੇਮ ਲੈ ਕੇ ਸਾਰਾ ਬਹੁਤ ਜ਼ਿਆਦਾ ਸੀਰੀਅਸਲੀ ਨਾ ਲਿਆ ਜਾਏ। ਤੁਸੀਂ ਦੇਖੋ ਛੋਟੇ ਬੱਚਾ, ਮੈਂ 6 ਮਹੀਨੇ ਦੇ ਬੱਚੇ ਦੀ ਗੱਲ ਕਰਾਂ, ਉਹ ਤੋਂ ਵੱਡੇ ਨਹੀਂ, ਅੱਜ ਕੱਲ੍ਹ ਉਹਨਾਂ ਨੂੰ ਵੀ ਸਟ੍ਰੈਸ ਦੇਣੀ ਅਸੀਂ ਸ਼ੁਰੂ ਕਰਤੀ ਹੈ। ਪਰ ਜੇ ਬਿਲਕੁਲ ਛੋਟੇ ਬਾਲਕ ਦੀ ਗੱਲ ਕਰਾਂ ਤਾਂ ਉਹਦੇ ਲਾਈਫ 'ਚ ਕੋਈ ਸਟ੍ਰੈਸ ਨਹੀਂ ਹੈ ਨਾ ਜੀ। ਉਹ ਜੇ ਮੈਂ ਗੱਲ ਕੀਤੀ, ਉਹ ਇਨ ਦਾ ਮੋਮੈਂਟ, ਉਸ ਪਲ ਦੇ ਵਿੱਚ, ਉਹ ਪੂਰੀ ਤਰ੍ਹਾਂ ਉਸ ਪਲ ਦੇ ਵਿੱਚ ਆ। ਅੱਜ ਤੱਕ ਤੁਸੀਂ ਕਿਸੇ ਛੋਟੇ 6-7 ਮਹੀਨੇ ਦੇ ਬੱਚੇ ਨੂੰ ਨਹੀਂ ਮਿਲੇ ਹੋਗੇ ਜਿਹੜਾ ਤੁਹਾਨੂੰ ਕਹੇ ਵੀ ਮੈਨੂੰ ਦੱਸੋ ਮੇਰਾ ਕੀ ਬਣੇਗਾ ਜ਼ਿੰਦਗੀ 'ਚ, ਮੇਰਾ ਕੀ ਬਣੇਗਾ, ਮੇਰਾ ਕੀ ਹੋਏਗਾ। ਠੀਕ ਹੈ ਜੀ। ਉਹਨੂੰ ਫਿਊਚਰ ਦੀ ਚਿੰਤਾ ਨਹੀਂ ਹੈ, ਉਸ ਮੋਮੈਂਟ 'ਚ ਆ। ਸੋ ਸਭ ਤੋਂ ਪਹਿਲੀ ਚੀਜ਼, ਉਸ ਪਲ ਦੇ ਵਿੱਚ ਵਾਪਸ ਆਓ। ਤੁਹਾਡੀਆਂ ਆਪੇ ਕਾਫੀ ਮੁਸ਼ਕਿਲਾਂ ਜਿਹੜੀਆਂ ਦੂਰ ਹੋ ਜਾਣਗੀਆਂ, ਕਿਉਂਕਿ ਮਨ ਦੇ ਵਿੱਚ ਅਸੀਂ ਕਾਫੀ ਬਣਾਈਆਂ ਹੋਈਆਂ ਸੀ, ਰਾਈਟ। ਉਹ ਘਟਦੀਆਂ ਜਾਣਗੀਆਂ ਹੌਲੀ ਹੌਲੀ। ਉਹ ਤੁਸੀਂ ਬਰੀਦਿੰਗ ਨਾ ਕਰ ਸਕਦੇ ਹੋ। ਜਦੋਂ ਅਸੀਂ ਸਾਹ ਲੈ ਰਹੇ ਹੋ, ਥੋੜਾ ਥੋੜਾ ਉਹਦੇ ਵੱਲ ਧਿਆਨ ਦੇਣਾ ਸ਼ੁਰੂ ਕਰੋ। ਜਦੋਂ ਅਸੀਂ ਸਟ੍ਰੈਸ ਲੈਂਦੇ ਹਾਂ ਤੇ ਅਸੀਂ ਸਾਹ ਬਿਲਕੁਲ ਆਪਣਾ ਰੋਕ ਲੈਂਦੇ ਹਾਂ। ਜਦੋਂ ਵਿਅਕਤੀ ਸਟ੍ਰੈਸਡ ਹੁੰਦਾ ਤੇ ਉਹਨੂੰ ਸਾਈਕੋਲੋਜਿਸਟ ਕਹਿੰਦੇ ਫਾਈਟ ਜਾਂ ਫਲਾਈਟ ਰਿਸਪੌਂਸ ਐਕਟੀਵੇਟ ਹੋ ਜਾਂਦਾ। ਇਨਸਾਨ ਦੀ ਫਿਤਰਤ ਜਦੋਂ ਵੀ ਕੋਈ ਵੀ ਖਤਰਨਾਕ ਸਿਚੁਏਸ਼ਨ ਫੇਸ ਕਰਦਾ, ਉਹਦੇ ਡਿਫਾਲਟ ਦੋ ਰਿਸਪੌਂਸ ਨੇ, ਫਾਈਟ ਜਾਂ ਫਲਾਈਟ। ਜਾਂ ਤੇ ਉਹ ਲੜਨ ਲਈ ਉਹਦੀ ਬੋਡੀ ਤਿਆਰ ਹੋ ਜਾਏਗੀ ਜਾਂ ਨੱਠਣ ਲਈ। ਅੰਡਰ ਦੋਵੇਂ ਸਿਚੁਏਸ਼ਨਸ ਉਹਨੇ ਤਣਾਅ ਐਕਸਪੀਰੀਅੰਸ ਕਰਨਾ। ਇੱਕ ਤੀਜਾ ਰਿਸਪੌਂਸ ਵੀ ਹੈ, ਕਿਉਂਕਿ ਅਸੀਂ ਜਾਨਵਰ ਨਹੀਂ, ਅਸੀਂ ਇਨਸਾਨ ਆ। ਤੀਜਾ ਰਿਸਪੌਂਸ ਆ ਉਸ ਮੂਮੈਂਟ ਦੇ ਵਿੱਚ ਬਹਿ ਕੇ ਇਹ ਵੈਲੂਏਟ ਕਰਨਾ ਵੀ ਇਹ ਪ੍ਰੋਬਲਮ ਇੰਨੀ ਵੱਡੀ ਐਕਚੁਅਲ 'ਚ ਹੈ ਵੀ ਕਿ ਨਹੀਂ। ਮੈਂ ਮਨ 'ਚ ਇਹਨੂੰ ਜ਼ਿਆਦਾ ਵੱਡੇ ਤੇ ਨਹੀਂ ਬਣਾ ਰਿਹਾ। ਵਾਰ-ਵਾਰ ਰੀਪਲੇ ਕਰਕੇ ਕਿਸੇ ਨੇ ਕੋਈ ਗੱਲ ਕਹਿਤੀ, ਤੁਸੀਂ ਵਾਰ-ਵਾਰ ਉਹਨੂੰ ਰੀਪਲੇ ਕੀਤਾ, ਹੋ ਜਾਂਦਾ ਸੁਭਾਵਿਕ ਆ। ਜੇ ਤੁਹਾਨੂੰ ਗੱਲ ਬੁਰੀ ਲੱਗੀ, ਸੁਭਾਵਿਕ ਆ। ਤੁਸੀਂ ਉਸ ਜਗ੍ਹਾ ਤੋਂ ਹਟੋ, ਤੁਸੀਂ ਕਿਸੇ ਹੋਰ ਚੀਜ਼ ਵੱਲ ਧਿਆਨ ਲਾਓ, ਆਪਣੇ ਆਪ ਨੂੰ ਡਿਸਟਰੈਕਟ ਕਰੋ। ਕੋਈ ਹਾਸੇ ਮਖੌਲ ਵਾਲਾ ਵੀਡੀਓ ਦੇਖ ਲਓ 5 ਮਿੰਟ ਲਈ, ਫਿਰ ਵਾਪਸ ਆਓ। ਸੋ ਜ਼ਿਆਦਾਤਰ ਜਦੋਂ ਅਸੀਂ ਸਟ੍ਰੈਸ ਦੀ ਗੱਲ ਕਰੀਏ, ਕੁਝ ਬਹੁਤ ਚੀਜ਼ਾਂ ਨੇ ਜਿਹੜੀਆਂ ਐਕਚੁਅਲ 'ਚ ਹੈਗੀਆਂ ਪਰ ਕਾਫੀ ਸਾਡੀਆਂ ਵੀ ਬਣਾਈਆਂ ਹੋਈਆਂ। ਉਹਦੇ ਸਾਡਾ ਰੋਲ ਅਸੀਂ ਉਹਨਾਂ ਨੂੰ ਕਿੱਦਾਂ ਰਿਮੂਵ ਕਰਨਾ। ਲੋੜ ਹੈ ਆਪਣੇ ਆਪ ਤੇ ਕੰਟਰੋਲ ਕਰਨ ਦੀ, ਜਿਵੇਂ ਤੁਸੀਂ ਖੁਦ ਨੂੰ ਪੜ੍ਹਨ ਦੀ। 6 ਮਹੀਨੇ ਦੇ ਬੱਚੇ ਦੀ ਤੁਸੀਂ ਗੱਲ ਕੀਤੀ ਹੈ, ਨਹੀਂ ਹੁੰਦਾ ਸਟ੍ਰੈਸ, ਪਰ ਕਿਹੜੀ ਉਮਰ ਹੈ ਜਦੋਂ ਸਟ੍ਰੈਸ ਸ਼ੁਰੂ ਹੋ ਜਾਂਦਾ ਹੈ, ਤਣਾਅ ਸ਼ੁਰੂ ਹੋ ਜਾਂਦਾ ਹੈ? ਜੇ ਆਪਾਂ ਬਚਪਨ ਦੀ ਗੱਲ ਕਰੀਏ, ਦੇਖੋ ਉਮਰ ਤੇ ਕੋਈ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਨਸਾਨ ਇੱਥੇ ਧਰਤੀ ਤੇ ਸਟ੍ਰੈਸਡ ਹੋਣ ਲਈ ਨਹੀਂ ਆਇਆ, ਨਾ ਹੀ ਪਹਿਲੇ ਆਉਂਦੇ ਸੀਗੇ। ਠੀਕ ਹੈ ਜੀ। ਇਹ ਇੱਕ ਮਾਡਰਨ ਲਾਈਫ ਦੀ ਦੇਣ ਬਣ ਗਈ। ਕਿਸੇ ਨੇ ਲਿਖਿਆ ਕਿ ਉਮਰ को हराना है तो शौक जिंदा रखिए, उम्र को हराना है तो शौक जिंदा रखिए, घुटने चले या ना चले, दिल उड़ता परिंदा रखिए। वाह क्या बात है। तो कोई ਇਹਦੀ ਲਿਮਿਟ ਨਹੀਂ ਹੈਗੀ, ਨਾ ਹੋਣੀ ਚਾਹੀਦੀ ਹੈ। ਤੇ ਮਨ ਆਜ਼ਾਦ, ਇਨਸਾਨ ਆਜ਼ਾਦ ਆਇਆ ਜਦੋਂ ਇੱਕ ਬੱਚੇ ਦੇ ਰੂਪ ਚ ਆਉਂਦਾ। ਬੱਚਿਆਂ ਨੂੰ ਰੱਬ ਦਾ ਰੂਪ ਕਿਉਂ ਕਹਿੰਦੇ ਸੀ? ਹਰ ਸੰਸਕ੍ਰਿਤੀ ਵਿੱਚ ਬੱਚੇ ਨੂੰ ਰੱਬ ਦਾ ਰੂਪ ਕਿਉਂ ਕਿਹਾ ਗਿਆ? ਉਹਦੇ 'ਚ ਪਿਓਰ ਇਨੋਸੈਂਸ ਆ, ਉਹਦੇ 'ਚ ਉਹ ਸਾਰਾ ਕੁਝ ਹੈ। ਹੌਲੀ ਹੌਲੀ ਫਿਰ ਅਸੀਂ ਉਹਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਾਂ ਵੀ ਜੇ ਤੂੰ ਪੜ੍ਹਨਿਆ ਨਾ ਤੇ ਫਿਰ ਆ ਹੋ ਜਾਏਗਾ, ਜੇ ਤੂੰ ਆ ਨਾ ਕੀਤਾ ਤੇ ਆ ਹੋ ਜਾਏਗਾ। ਅਸੀਂ ਡਰ ਪਾਉਣਾ ਸ਼ੁਰੂ ਕਰ ਦਿੰਦੇ ਹਾਂ ਉਹਦੇ ਮਾਈਂਡ 'ਚ। ਫਿਰ ਉਹਦੇ ਮਾਈਂਡ 'ਚ ਅਸੀਂ ਡਿਵੀਜ਼ਨਸ ਪਾਉਣਾ ਸ਼ੁਰੂ ਕਰ ਦਿੰਦੇ ਹਾਂ, ਵੱਖਵਾਦ।
ਵੀ ਤੂੰ ਫਲਾਣਾ, ਤੂੰ ਇਸ ਕਰਕੇ ਤੂੰ ਇਦਾਂ ਕਰਨਾ, ਕੰਪੈਰੀਜ਼ਨ ਕਰਦੇ ਆ, ਕੰਪੈਰੀਜ਼ਨ ਕਰਨਾ, ਦੂਜਾ ਇਦਾਂ, ਤੂੰ ਇਦਾਂ ਬਿਹੇਵ ਕਰਨਾ, ਤੇਰਾ ਦਾਦਾ ਇਹ ਸੀ ਇਸ ਕਰਕੇ ਤੂੰ ਇਹ ਕਰਨਾ। ਅਸੀਂ ਬੋਝ ਹੌਲੀ ਹੌਲੀ ਉੱਤੇ ਪਾਉਣਾ ਸ਼ੁਰੂ ਕਰ ਦਿੰਦੇ ਆ। ਉਹ ਭਾਵੇਂ ਦਾਦੇ ਪੜਦਾਦੇ ਸਾਰਿਆਂ ਤੋਂ ਅੱਗੇ ਨਿਕਲ ਜਾਏ, ਉਹ ਇਦਾਂ ਦਾ ਇਤਿਹਾਸ ਰਚ ਦੇਵੇ ਜਿਹੜਾ ਕਿਸੇ ਨੂੰ ਚੇਤਾ ਹੀ ਨਹੀਂ ਸੀ, ਪਰ ਅਸੀਂ ਆਪਣਾ ਜਿਹੜਾ ਬੋਝ ਹੌਲੀ ਹੌਲੀ ਐਕਸਪੈਕਟੇਸ਼ਨਸ ਦਾ ਉੱਤੇ ਪਾਉਣਾ ਸ਼ੁਰੂ ਕਰ ਦਿੰਦੇ ਆ ਜੀ। ਠੀਕ ਹੈ, ਟੀਚਰ ਤਾਂ ਪਾਉਣਾ ਸ਼ੁਰੂ ਕਰ ਦਿੰਦੇ ਆ ਜੀ ਤੁਹਾਡਾ ਬੱਚਾ ਹੈ ਇਸ ਕਰਕੇ ਇਹਦੇ ਤੇ ਬਹੁਤ ਵਧੀਆ ਪਰਫਾਰਮ ਕਰਨਾ ਚਾਹੀਦਾ, ਤੇ ਉਹਨਾਂ ਨੂੰ ਦੱਸਣਾ ਪੈਂਦਾ ਜਦੋਂ ਅਸੀਂ ਵੀ ਸੀਗੇ ਤੇ ਤਾਂ ਵੀ ਅਸੀਂ ਬਹੁਤ ਵਧੀਆ ਨਹੀਂ ਸੀ ਪਰਫਾਰਮ ਕਰਦੇ। ਤੇ ਇਹ ਚੀਜ਼ਾਂ ਸਾਨੂੰ ਜਲਦੀ ਹੋ ਗਈ ਹੈ, ਹਰ ਇੱਕ ਚੀਜ਼ ਪਰਫੈਕਸ਼ਨ ਦੀ ਆਦਤ ਪੈ ਗਈ ਹੈ, ਹਰ ਚੀਜ਼ ਅਸੀਂ ਚਾਹੁੰਦੇ ਹਾਂ ਬਈ ਐਨ ਬਿਲਕੁਲ ਪਰਫੈਕਟ। ਪੇਸ਼ੈਂਸ ਘਟ ਗਈ ਹੈ, ਸਹਿਣਸ਼ੀਲਤਾ ਘਟ ਗਈ ਹੈ ਕਿ ਬੱਚੇ ਨੂੰ ਵੀ ਅਸੀਂ IAS ਆਫੀਸਰ ਜਾਂ ਉਹਨੂੰ ਮਤਲਬ ਐਨ ਜੋ ਵੀ ਬਣਾਉਣਾ ਉਹਨੂੰ ਦੂਜੀ ਤੀਜੀ ਕਲਾਸ 'ਚ ਬਣਾ ਦਈਏ, ਬਿਲਕੁਲ ਰੈਡੀ ਕਰ ਦਈਏ, ਉਹਨੂੰ ਸਮਾਂ ਤੇ ਦਿਓ, ਉਹਨੂੰ ਸਮਾਂ ਤੇ ਦਿਓ। ਜੇ ਉਹਨੇ ਖਿਡਾਰੀ ਵੀ ਬਣਨਾ ਤੇ ਉਹਨੂੰ ਵਿਰਾਟ ਕੋਹਲੀ ਅਸੀਂ ਐਨ ਤੀਜੀ ਚੌਥੀ ਕਲਾਸ 'ਚ ਬਣਾ ਦੇਣਾ ਜੀ, ਉਹਨੂੰ ਸਮਾਂ ਤੇ ਦਿਓ। ਜਿਨ੍ਹਾਂ ਨਾਲ ਅਸੀਂ ਕੰਪੇਅਰ ਕਰਦੇ ਹਾਂ, ਜੋ ਰੋਲ ਮਾਡਲ ਨੇ, ਉਹਨਾਂ ਨੂੰ ਵੀ ਟਾਈਮ ਲੱਗਿਆ ਹੋ ਜੀ, ਉਹਨਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ। ਅੱਜ ਜੋ ਮਾਸਟਰ ਆ ਉਹ ਕਿਸ ਦਿਨ ਸਟੂਡੈਂਟ ਬਣ ਕੇ ਆਇਆ ਹੋਏਗਾ, ਬਿਲਕੁਲ ਠੀਕ ਹੈ ਜੀ, ਉਹਨੇ ਵੀ ਉਹ ਸਫ਼ਰ ਤੈਅ ਕੀਤਾ। ਅਸੀਂ ਇਹੀ ਇਜਾਜ਼ਤ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦਿੰਦੇ ਵੀ ਗਿਰ ਗਿਰ ਕਰ ਤੁਝੇ ਹੈ ਸੰਭਲਣਾ, ये ठोकरे ही तुझे चलना सिखाएंगे, वाह गिर गिर कर तुझे है संभलना। ਅਸੀਂ ਗਿਰਨ ਦਾ ਮੌਕਾ ਹੀ ਨਹੀਂ ਦਿੰਦੇ, ਤਾਂ ਪੇਰੈਂਟਸ ਦੀ ਲਾਈਫ 'ਚ ਵੀ ਸਟ੍ਰੈਸ ਹੈ ਜੀ। ਪਹਿਲੇ ਪੇਰੈਂਟਸ ਪਰਵਾਹ ਨਹੀਂ ਸੀ ਕਰਦੇ, ਉਹਨਾਂ ਨੂੰ ਇਹ ਨੈਚੁਰਲ ਸੀਕੁਐਂਸ ਪਤਾ ਸੀ। ਅੱਜ ਕੱਲ ਸਾਨੂੰ ਅਸੀਂ ਬੱਚੇ ਨੂੰ ਗਿਰਨ ਦੀ ਇਜਾਜ਼ਤ ਹੀ ਨਹੀਂ ਦਿੰਦੇ ਜੀ। ਬਹੁਤ ਵੱਡਾ ਇੱਕ ਤੋਹਮਤ ਹੈ ਜੀ ਜੇ ਨੰਬਰ ਘੱਟ ਆ ਗਏ, ਸਪੋਰਟਸ ਪਿੱਛੇ ਰਹਿ ਗਿਆ, ਸਭ ਕੁਝ ਪਰਫੈਕਟ ਕਰੇ, ਬੈਡਮਿੰਟਨ ਵੀ ਕਰੇ, ਸਵਿਮਿੰਗ ਵੀ ਕਰੇ, ਫ੍ਰੈਂਚ ਵੀ ਸਿੱਖੇ, ਅੰਗਰੇਜ਼ੀ ਵੀ ਸਿੱਖੇ, ਸਾਰਾ ਕੁਝ ਕਰੇ, ਕਿੱਦਾਂ ਜੀ? ਤੇ ਬੱਚਾ ਛੋਟਾ, ਉਹਦਾ ਸਿਸਟਮ ਉਹਨਾਂ ਕੀ ਵਜ਼ਨ ਲੈ ਸਕਦਾ। ਤੇ ਇੱਥੇ ਮਾਪੇ ਦਾ ਕੀ ਰੋਲ ਬਣਦਾ ਹੈ, ਕੀ ਉਹਨਾਂ ਦੀਆਂ ਡਿਊਟੀਆਂ ਬਣਦੀਆਂ ਬੱਚਿਆਂ ਪ੍ਰਤੀ ਤਾਂ ਜੋ ਉਹ ਸਟ੍ਰੈਸ ਫ੍ਰੀ ਰਹਿ ਸਕਣ? ਮਾਪੇ ਦਾ ਰੋਲ ਬਣਦਾ ਕਿ ਉਹ ਆਪ ਖੁਸ਼ ਰਹਿਣ। ਜਦੋਂ ਆਪ ਖੁਸ਼ ਰਹਿਣਗੇ, ਆਪ ਖੁਸ਼ੀ ਨੂੰ ਪਸੰਦ ਕਰਨ ਵਾਲੇ, ਥੋੜਾ ਹਸੀ ਮਖੌਲ ਦਾ ਮਾਹੌਲ ਰੱਖਣਗੇ ਘਰ ਵਿੱਚ, ਤਾਂ ਬੱਚੇ ਆਟੋਮੈਟਿਕਲੀ ਤਣਾਅ ਰਹਿਤ ਜਿਹੜੇ ਹੋਣਾ ਸ਼ੁਰੂ ਹੋ ਜਾਣਗੇ ਜੀ। ਦੂਸਰੀ ਗੱਲ, ਹਮੇਸ਼ਾ ਜ਼ਿੰਦਗੀ 'ਚ ਤੁਸੀਂ ਇਹ ਪਾਓਗੇ ਕਿ ਤੁਹਾਡੇ ਕੋਲ ਕਿਸੇ ਨਾ ਕਿਸੇ ਫੀਲਡ ਵਿੱਚ ਕੋਈ ਨਾ ਕੋਈ ਬੰਦਾ ਅੱਗੇ ਹੈ ਜੀ, ਨੇਚਰ ਹੈ, ਬਿਲਕੁਲ ਸ੍ਰਿਸ਼ਟੀ ਦੀ ਫਿਤਰਤ ਹੈ, ਕਿਸੇ ਨਾ ਕਿਸੇ ਫੀਲਡ 'ਚ ਕੋਈ ਨਾ ਕੋਈ ਬੰਦਾ ਤੁਹਾਡੇ ਤੋਂ ਅੱਗੇ ਹੋਏਗਾ। ਤੁਸੀਂ ਅੱਜ ਫਲਾਣਾ ਫੋਨ ਲੈ ਲਿਆ, ਕਿਸੇ ਕੋਲ ਉਹਦੇ ਕੋਲ ਇੱਕ ਮਾਡਲ ਅੱਗੇ ਵਾਲਾ ਹੋਏਗਾ। ਤੁਸੀਂ ਫਲਾਣੀ ਕਾਰ ਲੈ ਲਈ, ਕਿਸੇ ਕੋਲ ਉਹ ਤੋਂ ਬੈਟਰ ਹੋਏਗੀ। ਫਲਾਣੀ ਜਗ੍ਹਾ ਘਰ ਬਣਾ ਲਿਆ, ਕਿਸੇ ਕੋਲ ਉਹ ਤੋਂ ਵੱਡਾ ਘਰ ਹੋਏਗਾ, ਕੋਈ ਨਾ ਕੋਈ ਅੱਗੇ ਹੋਏਗਾ। ਤੁਸੀਂ ਕੰਪੈਰੀਜ਼ਨ ਦੂਜਿਆਂ ਨਾਲ ਨਾ ਕਰੋ, ਨਾ ਆਪਣਾ ਨਾ ਆਪਣੇ ਬੱਚਿਆਂ ਦਾ, ਖੁਦ ਨਾ ਕਰੋ। ਜੇ ਤੁਸੀਂ ਆਪਣੀ ਜ਼ਿੰਦਗੀ 'ਚ ਖੁਸ਼ ਹੋ, ਜੇ ਪੁਰਾਣਾ ਨੋਕੀਆ ਦਾ ਫੋਨ ਲੈ ਕੇ ਮੇਰੇ ਉੱਤੇ ਫੋਨ ਆ ਰਹੇ ਨੇ ਤੇ ਜਾ ਰਹੇ ਨੇ, ਮੇਰਾ ਕਾਲ ਦਾ ਕੰਮ ਸਰ ਰਿਹਾ, ਮੈਨੂੰ ਲੋੜ ਨਹੀਂ ਹੈ। ਸੋ ਇਹੀ ਚੀਜ਼ ਹੈ ਕਿ ਸਾਨੂੰ ਹਰ ਇੱਕ ਚੀਜ਼ ਦੀ ਲੋੜ ਨਹੀਂ ਹੈ, ਪਰ ਮਾਰਕੀਟਿੰਗ ਇੰਡਸਟਰੀ ਸਾਨੂੰ ਸਾਡੇ ਮਾਈਂਡ 'ਚ ਬਿਲੀਵ ਕਰਾ ਦਿੰਦੀ ਹੈ ਬਈ ਜਦ ਤੱਕ ਤੁਸੀਂ ਉਹ ਚੀਜ਼ ਨਾ ਲਈ ਤੇ ਤੁਸੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਫਿੱਟ ਨਹੀਂ। ਉਹ ਭਾਵੇਂ ਮੇਰੀ ਪਹੁੰਚ ਤੋਂ ਬਾਹਰ ਵੀ ਹੋਏ, ਮੈਂ ਲੋਨ ਲੈ ਕੇ ਲਵਾਂ, ਮੈਂ ਜਿੱਦਾਂ ਮਰਜ਼ੀ ਲੈ ਕੇ ਕਵਾਂ, ਮੈਂ ਉਹ ਲੈ ਲੈਣੀ ਹੈ। ਫਿਰ ਉਸ ਤੋਂ ਬਾਅਦ ਮੈਂ ਉਹਨੂੰ ਇਹੀ ਇੱਕ ਇਮੇਜ ਦੇ ਵਿੱਚ ਬੰਦਾ ਸਾਰੀ ਉਮਰ ਇਹਦੇ 'ਚ ਗੁਜ਼ਾਰ ਦਿੰਦਾ। ਬਿਲਕੁਲ ਸਹੀ ਗੱਲ ਕਹੀ ਹੈ। ਇਹ ਜ਼ਿੰਦਗੀ की किताब, ये किताब भी क्या किताब है, ये जिंदगी की किताब, ये किताब भी क्या किताब है। हम जिल्द संवारने में व्यस्त हैं और पन्ने बिखरने को बेताब हैं। हम जिल्द संवारने में व्यस्त हैं और ये पन्ने बिखरने को बेताब हैं। वक्त ते लंघदा जाना, ਅਸੀਂ ਇਹ ਸਮਝੀਏ ਤਣਾਅ ਮੁਕਤ ਰਹਿਣਾ ਸਭ ਤੋਂ ਵੱਡੀ ਚੀਜ਼ ਪਰਮਵੀਰ ਜੀ ਇੰਪੋਰਟੈਂਟ ਕੀ ਆ। ਤੁਹਾਡੇ ਬੱਚੇ ਵੱਡੇ ਹੋ ਰਹੇ ਆ, ਉਹਨਾਂ ਦੀ ਮੁਸਕਾਨ ਦੇਖ ਰਹੇ ਹੋ, ਉਹਨਾਂ ਦਾ ਵੱਡਾ ਹੋਣਾ। ਅੱਜ ਜੇ ਤੁਹਾਡਾ ਬੱਚਾ 11 ਸਾਲ ਦਾ, ਉਹ ਅਗਲੇ ਸਾਲ 11 ਦਾ ਨਹੀਂ ਹੋਊਗਾ, ਉਹਨੇ ਵੱਡਾ ਹੋ ਜਾਣਾ, ਕਹਿਣਾ ਨਹੀਂ ਮੈਂ ਹੁਣ ਗੱਲ ਨਹੀਂ ਕਰਨੀ, ਮੈਨੂੰ ਆਪਣਾ ਟਾਈਮ ਦਿਓ। ਅੱਜ ਨੂੰ ਇੰਜੋਏ ਕਰ ਰਹੇ ਹੋ, ਘਰ 'ਚ ਬਜ਼ੁਰਗ ਮਾਤਾ ਪਿਤਾ ਨੇ ਤੇ ਚਲੋ ਤੁਹਾਨੂੰ ਉਹਨਾਂ ਦੀ ਸੇਵਾ ਕਰਨੀ ਪੈ ਰਹੀ ਹੈ, ਥੋੜੀ ਪਰੇਸ਼ਾਨੀ ਵੀ ਹੋ ਰਹੀ ਹੈ, ਹੋ ਸਕਦਾ ਕੱਲ ਨੂੰ ਨਾ ਹੋਣ। ਜੀ ਸਿਮਰਜੀਤ ਜੀ, ਜਿਹੜਾ ਸੰਗੀਤ ਹੈ ਉਹ ਵੀ ਕਿਤੇ ਨਾ ਕਿਤੇ ਤਣਾਅ ਨੂੰ ਦੂਰ ਕਰਦਾ ਹੈ। ਬਿਲਕੁਲ ਕਰਦਾ ਜੀ। ਤੇ ਸਾਡੇ ਪ੍ਰੋਗਰਾਮ ਦਾ ਨਾਮ ਵੀ ਗੱਲਾਂ ਤੇ ਗੀਤ ਹੈ, ਗੱਲਾਂ ਚੱਲ ਰਹੀਆਂ ਤੇ ਦੇਖਦੇ ਹਾਂ ਜੀ ਇਹ ਗੀਤ। ਜੀ ਦਿਲੋਂ ਭੁਲਾ ਕੇ ਮਿਲੀਏ ਸਭ ਨੂੰ ਗਲ ਨਾਲ ਲਾ ਕੇ, ਮਿਹਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ, ਮਿਹਰ ਕਰੇ ਰੱਬ ਘਾਟੋ ਸਭ ਦੀ ਫੁੱਲਾਂ ਉੱਤੇ ਖੇਲੇ, ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ, ਵੀ ਲੱਗਦੇ ਰਹਿਣ ਸਦਾ, ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ, ਵੀ ਲੱਗਦੇ ਰਹਿਣ ਸਦਾ। ਧਰਤੀ ਵਿੱਚੋਂ ਕਦੇ ਨਾ ਮੁੱਕੇ ਅੰਮ੍ਰਿਤ ਵਰਗਾ ਪਾਣੀ, ਦੁੱਧ ਦੀਆਂ ਛੱਲਾਂ ਰਹਿਣ ਵਗਦੀਆਂ ਚੱਲਦੀ ਰਹੇ ਮਦਾਨੀ। ਧਰਤੀ ਵਿੱਚੋਂ ਕਦੇ ਨਾ ਮੁੱਕੇ ਅੰਮ੍ਰਿਤ ਵਰਗਾ ਪਾਣੀ, ਦੁੱਧ ਦੀਆਂ ਛੱਲਾਂ ਰਹਿਣ ਵਗਦੀਆਂ ਚੱਲਦੀ ਰਹੇ ਮਦਾਨੀ। ਕਿਸੇ ਚੀਜ਼ ਦੀ ਤੋਟ ਨਾ ਆਵੇ, ਮੁੱਕਣ ਨਾ ਪੈਸੇ ਧੇਲੇ, ਕਿਸੇ ਚੀਜ਼ ਦੀ ਤੋਟ ਨਾ ਆਵੇ, ਮੁੱਕਣ ਨਾ ਪੈਸੇ ਧੇਲੇ, ਵੀ
ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਖੇਤਾਂ ਦੇ ਵਿੱਚ ਫਸਲਾਂ ਝੂਮਣ ਰੱਜ ਰੱਜ ਹੋਣ ਕਮਾਈਆਂ ਖੁਸ਼ੀਆਂ ਖੇੜੇ ਕਦੇ ਨਾ ਮੁੱਕਣ ਮਿਲਦੀਆਂ ਰਹਿਣ ਵਧਾਈਆਂ ਓ ਖੇਤਾਂ ਦੇ ਵਿੱਚ ਫਸਲਾਂ ਝੂਮਣ ਰੱਜ ਰੱਜ ਹੋਣ ਕਮਾਈਆਂ ਖੁਸ਼ੀਆਂ ਖੇੜੇ ਕਦੇ ਨਾ ਮੁੱਕਣ ਮਿਲਦੀਆਂ ਰਹਿਣ ਵਧਾਈਆਂ ਕੰਮ ਕਾਰ ਸਦਾ ਰਹਿਣ ਵੀ ਚੱਲਦੇ ਕਦੇ ਨਾ ਬੈਠੀਏ ਵੇਲੇ ਕੰਮ ਕਾਰ ਸਦਾ ਰਹਿਣ ਵੀ ਚੱਲਦੇ ਕਦੇ ਨਾ ਬੈਠੀਏ ਵੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਹੱਦਾਂ ਦੇ ਸਰਹੱਦਾਂ ਸਾਰੀਆਂ ਹੋ ਜਾਣ ਕਿਧਰੇ ਢੇਰੀ ਆਪਸ ਦੇ ਵਿੱਚ ਘੁਲ ਮਿਲ ਜਾਈਏ ਕੋਈ ਨਾ ਹੋਵੇ ਵੈਰੀ ਹੱਦਾਂ ਤੇ ਸਰਹੱਦਾਂ ਸਾਰੀਆਂ ਹੋ ਜਾਣ ਕਿਧਰੇ ਢੇਰੀ ਆਪਸ ਦੇ ਵਿੱਚ ਘੁਲ ਮਿਲ ਜਾਈਏ ਕੋਈ ਨਾ ਹੋਵੇ ਵੈਰੀ ਪਿਛਲੇ ਆਪਾਂ ਭੁੱਲ ਜਾਈਏ ਵੀ ਝਗੜੇ ਅਤੇ ਝਮੇਲੇ ਕਿ ਆਪਾਂ ਭੁੱਲ ਜਾਈਏ ਵੀ ਝਗੜੇ ਅਤੇ ਝਮੇਲੇ ਵੀ ਲੱਗਦੇ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਰਹਿਣ ਸਦਾ ਆ ਖੁਸ਼ੀਆਂ ਦੇ ਮੇਲੇ ਵੀ ਲੱਗਦੇ ਰਹਿਣ ਸਦਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਇੰਟਰਨੈਸ਼ਨਲ ਸਟ੍ਰੈਸ ਅਵੇਅਰਨੈਸ ਡੇ ਅੱਜ ਅਸੀਂ ਮਨਾ ਰਹੇ ਹਾਂ ਜਾਗਰੂਕ ਕਰ ਰਹੇ ਹਾਂ ਕਿ ਕਿਵੇਂ ਤਣਾਅ ਮੁਕਤ ਰਹਿਣਾ ਹੈ ਔਰ ਸਾਡੇ ਨਾਲ ਜੁੜੇ ਨੇ ਸ਼੍ਰੀ ਸਿਮਰਜੀਤ ਸਿੰਘ ਜੀ ਜੋ ਕਿ ਪ੍ਰੇਰਨਾਦਾਇਕ ਸਪੀਕਰ ਨੇ ਆਪਾਂ ਤਣਾਅ ਦੀਆਂ ਗੱਲਾਂ ਕਰ ਰਹੇ ਹਾਂ ਬੱਚੇ ਦੀਆਂ ਬਚਪਨ ਦੀ ਗੱਲ ਕੀਤੀ ਹੈ ਆਪਾਂ ਅੱਗੇ ਵੀ ਗੱਲ ਕਰਾਂਗੇ ਕਿ ਨੌਜਵਾਨਾਂ ਦੇ ਸਟ੍ਰੈਸ ਪਰ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਤਣਾਅ ਹੈ ਇਸ ਦੇ ਨਾਲ ਸਾਡੇ ਸਰੀਰ ਤੇ ਜਾਂ ਫਿਰ ਮਾਨਸਿਕ ਦਿਮਾਗ ਤੇ ਕੀ ਅਸਰ ਪੈਂਦਾ ਹੈ ਫਿਜ਼ੀਕਲੀ ਤੇ ਇਮੋਸ਼ਨਲੀ ਜੇ ਗੱਲ ਕਰੀਏ ਬੰਦਾ ਪੂਰਾ ਪਰਫਾਰਮ ਨਹੀਂ ਕਰ ਸਕਦਾ ਜੀ ਸਭ ਤੋਂ ਪਹਿਲੇ ਤੇ ਇਹੀ ਅਸਰ ਪੈਂਦਾ ਦੂਸਰਾ ਫਿਜ਼ੀਕਲ ਤੇ ਲੈਵਲ ਤੇ ਵੀ ਇੰਪੈਕਟ ਹੈ ਤੁਹਾਡੀ ਬਾਡੀ ਐਸਿਡਿਕ ਰਹਿਣਾ ਸ਼ੁਰੂ ਕਰ ਦਿੰਦੀ ਜ਼ਿਆਦਾ ਤੁਸੀਂ ਕਿੰਨੀਆਂ ਬਿਮਾਰੀਆਂ ਜਿਹੜੀਆਂ ਉਹ ਆ ਸਕਦੀਆਂ ਨੇ ਸਿਸਟਮ ਵਿੱਚ ਜੇ ਜ਼ਰੂਰਤ ਤੋਂ ਜ਼ਿਆਦਾ ਤਣਾਅ ਲੈ ਰਹੇ ਹੋ ਸੋ ਸੇਮ ਵੇ ਤੁਹਾਡੇ ਕੈਰੀਅਰ 'ਚ ਅੱਗੇ ਵਧਣ ਦੇ ਜਿਹੜੇ ਚਾਂਸਸ ਉਹਨੇ ਘਟਦੇ ਜਾਂਦੇ ਆ ਜੀ ਤਰੱਕੀ ਕਰਨ ਦੇ ਚਾਂਸਸ ਉਹਨੇ ਘਟਦੇ ਆ ਤੁਸੀਂ ਮੰਨ ਲਓ ਤੁਸੀਂ ਕਿਸੇ ਇੱਕ ਸੰਸਥਾ 'ਚ ਗਏ ਹੋ ਤੇ ਸਾਹਮਣੇ 4 ਡੈਸਕ ਲੱਗੇ ਆ ਤੁਸੀਂ ਕਿਸੇ ਕੋ ਵੀ ਜਾ ਸਕਦੇ ਹੋ ਕਾਊਂਟਰ A B C D ਤੇ 3 ਤੇ ਬਹੁਤ ਜ਼ਿਆਦਾ ਸਟ੍ਰੈਸਡ ਬੰਦੇ ਤੁਹਾਨੂੰ ਨਜ਼ਰ ਆ ਰਹੇ ਨੇ ਤੇ ਇੱਕ ਤੇ ਬੰਦਾ ਬੈਠਾ ਬੜਾ ਖੁਸ਼ਹਾਲ ਜਿਹਾ ਬੜਾ ਵਧੀਆ ਜਿਹਾ ਤੇ ਨੈਚੁਰਲੀ ਸੁਭਾਵਿਕ ਆ ਤੁਸੀਂ ਉਹਦੇ ਕੋਲ ਜਾਓਗੇ ਆਪਣਾ ਕੰਮ ਲੈ ਕੇ ਤੇ ਉਹਨੇ ਅੱਗੇ ਵਧਣਾ ਹੌਲੀ ਹੌਲੀ ਸੋ ਸਟ੍ਰੈਸ ਟੋਲਰੈਂਸ ਜਿਹੜੀ ਐਬਿਲਿਟੀ ਇਹ ਤੁਹਾਡੇ ਕੈਰੀਅਰ 'ਚ ਤੁਸੀਂ ਕਿੰਨੀ ਤਰੱਕੀ ਕਰ ਸਕਦੇ ਹੋ ਤੁਸੀਂ ਆਪਣੇ ਬਿਜ਼ਨਸ 'ਚ ਕਿੰਨੀ ਤਰੱਕੀ ਕਰ ਸਕਦੇ ਹੋ ਜਿਸ ਵੀ ਫੀਲਡ 'ਚ ਤੁਸੀਂ ਹੋ ਇਹ ਚੀਜ਼ ਸੋ ਇਸ ਕਰਕੇ ਮੈਂ ਫਿਰ ਉਹੀ ਕਹਾਂਗਾ ਕਿ ਅੰਦਰੂਨੀ ਸ਼ਕਤੀ ਕਿੱਦਾਂ ਬਿਲਡ ਕਰਨੀ ਹੈ ਇਹਨੂੰ ਟੋਲਰੇਸ਼ਨ ਆਪਣੀ ਕਿੱਦਾਂ ਵਧਾਉਣੀ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਜੇ ਆਪਾਂ ਹੁਣ ਨੌਜਵਾਨਾਂ ਦੇ ਵੱਲ ਆ ਜਾਈਏ ਕਿ ਨੌਜਵਾਨਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਸਟ੍ਰੈਸ ਦੇਖਣ ਨੂੰ ਮਿਲਦਾ ਹੈ ਖਾਸ ਕਰਕੇ ਟੀਨੇਜਰਸ ਜਿਹੜੇ ਕਿਸ਼ੋਰ ਅਵਸਥਾ ਦੇ ਵਿੱਚ ਲੜਕੇ ਲੜਕੀਆਂ ਦੀ ਗੱਲ ਕੀਤੀ ਜਾਵੇ ਕੀ ਕਾਰਨ ਪਾਉਂਦੇ ਨੇ एक उम्र हुआ करती थी कि 2 साइकिल और 4 दोस्त और खाली जेब और पूरा शहर एक वो भी दौर था जिंदगी का अजकल वो दौर असी घटाता बच्चों का अजकल वो गैजेट्स वाल ज़्यादा हो गए ने दूसरी चीज़ एक मैं देखा कि क्योंकि इन्फॉर्मेशन हुण फटाफट पहुँचती है एक तो दूजे नूं जी ਤੇ ਉਹਦਾ ਕੋਈ ਸਮੇਂ ਨਹੀਂ ਰਹਿ ਗਿਆ ਹੁਣ ਸਕੂਲ ਦੇ ਖਤਮ ਹੁੰਦਾ 3 ਵਜੇ ਤੱਕ ਪਰ ਸਕੂਲ ਐਕਚੁਅਲ 3 ਵਜੇ ਤੱਕ ਨਹੀਂ ਖਤਮ ਹੋ ਰਿਹਾ ਸਕੂਲ ਤੇ ਹੁਣ 6 7 8 ਵਜੇ ਤੱਕ ਚੱਲ ਰਿਹਾ ਕਿਉਂਕਿ ਜੇ ਉਹ WhatsApp ਦੇ ਮੀਡੀਅਮ ਤੇ ਜਿਸ ਵੀ ਮੀਡੀਅਮ ਤੇ ਬੱਚਿਆਂ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਉਹ ਕੱਟ ਆਫ ਨਹੀਂ ਕਰ ਪਾ ਰਹੇ ਜੀ ਇਨਸਾਨ ਦਾ ਖਾਸ ਕਰਕੇ ਯੰਗਸਟਰਸ ਦਾ ਕਿਸੇ ਵੀ ਚੀਜ਼ ਤੋਂ ਕੱਟ ਆਫ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਬਾਡੀ ਮਤਲਬ ਆਪਣੇ ਆਪ ਨੂੰ ਰਿਜੂਵਨੇਟ ਕਰਦੀ ਹੈ ਜੀ ਦੂਸਰੀ ਗੱਲ ਨੀਂਦ ਪ੍ਰੋਪਰ ਜਿਹੜੀ ਸਲੀਪ ਸਾਈਕਲ ਆ 8 ਤੋਂ 10 ਘੰਟੇ ਜਿਹੜੇ ਮੇਰੇ ਹਿਸਾਬ ਨਾਲ ਯੰਗਸ ਬਹੁਤ ਛੋਟੇ ਜਿਹੜੇ ਹੈਗੇ ਆ 11-12 ਸਾਲ ਦੇ ਜਿਹੜੇ ਉਮਰ ਦੇ ਹੈਗੇ ਆ ਇਹਨਾਂ ਨੂੰ 8-9 ਘੰਟੇ ਜਿਹੜੀ ਅਨਡਿਸਟਰਬਡ ਡੀਪ ਸਲੀਪ ਜਿਹੜੀ ਪੂਰੀ ਨੀਂਦ ਉਹ ਚਾਹੀਦੀ ਉਹ ਕਾਫੀ ਹੱਦ ਤੱਕ ਪੂਰੀ ਨਹੀਂ ਹੋ ਰਹੀ ਉਹਦਾ ਕਾਰਨ ਇਹ ਅਸੀਂ ਇਹਨਾਂ ਨੂੰ ਬਹੁਤ ਜ਼ਿਆਦਾ ਬੋਝ ਪਾਏ ਹੋਏ ਨੇ ਟਿਊਸ਼ਨਾਂ ਵੀ ਹੈ ਸਕੂਲ ਵੀ ਹੈ ਹੋਰ ਵੀ ਕਿੰਨਾ ਕੁਛ ਆ ਤੇ ਜਿਹੜਾ ਮੋਬਾਈਲ ਆ ਉਹ ਤਾਂ ਨਹੀਂ ਬੋਝ ਹੈ ਮੋਬਾਈਲ ਦੇਖੋ ਮੈਂ ਕਿਹਾ ਜਦੋਂ ਇਲੈਕਟ੍ਰਿਸਿਟੀ ਦੀ ਕਾਰਡ ਹੋਈ ਸੀ ਬਿਜਲੀ ਦੀ ਕਾਰਡ ਹੋਈ ਸੀ ਤੇ ਲੋਕਾਂ ਨੇ ਬੜੀਆਂ ਗੱਲਾਂ ਬੇਦੇ ਨਾਲ ਆ ਹੋ ਜਾਏਗਾ ਉਹ ਹੋ ਜਾਏਗਾ ਹਰ ਇੱਕ ਚੀਜ਼ ਟੈਕਨੋਲੋਜੀ ਆਪਣੇ ਆਪ 'ਚ ਚੰਗੀ ਆ ਮਾੜੀ ਨਹੀਂ ਹੁੰਦੀ ਸਾਡੀ ਵਰਤੋਂ ਤੇ ਆ ਜੀ ਪਰ ਇਹ ਚੀਜ਼ ਆ ਕਿ ਤੁਸੀਂ ਜੇ 12 ਸਾਲ ਦੇ ਬੱਚੇ ਦੇ ਹੱਥ 'ਚ ਮੋਬਾਈਲ ਦੇ ਦਿੱਤਾ ਹਾਲੇ ਉਹਦਾ ਬ੍ਰੇਨ ਇਹਨਾਂ ਡਿਵੈਲਪ ਨਹੀਂ ਹੋਇਆ ਇਹ ਸੋਚਣ ਲਈ ਵੀ ਮੇਰੇ ਲਈ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਆ ਉਹਨੂੰ ਤੇ ਤੁਸੀਂ ਮਤਲਬ ਇੱਕ
ਸਾਡੇ ਜ਼ਮਾਨੇ ਕਿਤਾਬ ਆਂਦੀ ਸੀ ਵੱਧ ਤੋਂ ਵੱਧ ਹੱਥ ਵਿੱਚ ਜੀ ਠੀਕ ਹੈ ਨਾ ਜੀ, ਜਾਂ ਟੀਵੀ ਤੇ 1-2 ਚੈਨਲ ਉਪਲਬਧ ਸੀਗੇ ਉਨੀ। ਹੁਣ ਅਸੀਂ ਆਹ ਚੀਜ਼ ਦੇਤੀ, ਉਹਦੇ ਤੇ ਹਜ਼ਾਰਾਂ ਚੀਜ਼ਾਂ ਨੇ, ਉਹਦਾ ਬ੍ਰੇਨ ਹੈਂਡਲ ਹੀ ਨਹੀਂ ਕਰ ਪਾ ਰਿਹਾ, ਇੰਨੀ ਜ਼ਿਆਦਾ ਅਸੀਂ ਸਟਿਮੂਲੇਸ਼ਨ ਦੇਤੀ ਉਹਨੂੰ। ਫਿਰ ਅਸੀਂ ਕਹਿੰਦੇ ਬੱਚੇ ਕਨਸੈਂਟਰੇਟ ਨਹੀਂ ਕਰ ਪਾਉਂਦੇ, ਕਨਸੈਂਟਰੇਟ ਕਿੱਥੋਂ ਕਰ ਪਾਣ? ਤਾਂ ਅਸੀਂ ਉਹਨੂੰ ਇੰਨੀ ਵੈਰਾਈਟੀ ਦੇਤੀ, ਉਹ ਵੀ ਇੰਨੀ ਜ਼ਿਆਦਾ ਸਟਿਮੂਲੇਸ਼ਨ ਦੇਤੀ, ਉਹਦਾ ਬ੍ਰੇਨ ਹੈਂਡਲ ਨਹੀਂ ਕਰ ਪਾ ਰਿਹਾ। ਸੋ ਮੇਰੀ ਗੁਜ਼ਾਰਿਸ਼ ਪੇਰੈਂਟਸ ਨੂੰ ਇਹ ਆ ਕਿ ਮੋਬਾਈਲ ਫੋਨ ਸਿਰਫ ਜਿਹੜਾ ਬਹੁਤ ਜ਼ਰੂਰੀ ਕੰਮ ਲਈ ਆਪਣੀ ਨਿਗਰਾਨੀ ਦੇ ਹੇਠਾਂ ਹੀ ਬੱਚਿਆਂ ਨੂੰ ਦਿਓ। ਫ੍ਰੀਲੀ ਜਿਹੜਾ ਅਸੀਂ ਦੇ ਦਿੰਦੇ ਆ ਕਿ ਬਈ ਅਸੀਂ ਬਹਿ ਕੇ ਗੱਲ ਕਰਨੀ ਹੈ, ਬੇਟਾ ਤੂੰ ਮੋਬਾਈਲ ਲੈ ਕੇ ਉਹਦੇ ਨਾਲ ਖੇਡ ਲੈ, ਇਹ ਬੱਚਿਆਂ ਲਈ ਬਹੁਤ ਜ਼ਿਆਦਾ ਖਤਰਨਾਕ ਆ ਜੀ। ਔਰ ਬੱਚਿਆਂ 'ਚ, ਛੋਟੇ ਬੱਚਿਆਂ ਜਿਹੜਾ ਚਿੜਚਿੜਾਪਨ ਵੀ ਇਸ ਦੇ ਨਾਲ ਜੀ ਨਸ਼ੇ ਦੀ ਤਰ੍ਹਾਂ, ਜਦੋਂ ਉਹਨੂੰ ਨਹੀਂ ਮਿਲੇਗਾ ਉਹਨੇ ਚਿੜਚਿੜਾ ਹੋਣਾ। ਔਰ ਇਸ ਦੀ ਕੋਈ, ਜਿੱਦਾਂ ਆਪਾਂ ਗੱਲ ਕਰਨੀ ਹੈ ਤਰੀਕਿਆਂ ਦੀ ਗੱਲ ਆਪਾਂ ਕਰਨੀ ਹੈ ਕਿ ਕਿੱਦਾਂ ਤਣਾਅ ਤੋਂ ਦੂਰ ਰਹਿਣਾ ਹੈ, ਕੋਈ ਐਕਸਰਸਾਈਜ਼ ਹੈ, ਕੋਈ ਮੈਡੀਟੇਸ਼ਨ ਹੈ, ਸਾਨੂੰ ਦੱਸ ਸਕਦੇ ਹੋ? ਛੋਟੇ ਯੰਗਸਟਰਸ ਲਈ ਤੇ ਸਪੋਰਟਸ ਹੈ ਜੀ, ਉਹਨਾਂ ਸਭ ਤੋਂ ਬੈਸਟ ਆ। ਬੱਚੇ ਜਾ ਕੇ ਖੇਡਣ, ਜਿਹੜਾ ਸਪੋਰਟਸ ਸਭ ਤੋਂ ਵੱਡੀ ਹੈ। ਦੂਜੀ ਚੀਜ਼ ਕਿ ਪੇਰੈਂਟਸ ਉਹਨਾਂ ਨੂੰ ਬਾਰ-ਬਾਰ ਇਹ ਦੱਸਣ ਕਿ ਆਪਣੀਆਂ ਐਕਸਪੈਕਟੇਸ਼ਨਸ ਥੋੜ੍ਹੀਆਂ ਜਿਹੀਆਂ ਰੀਜ਼ਨੇਬਲ ਰੱਖੋ ਬੱਚਿਆਂ ਕੋਲ। ਅਸੀਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਹਾਈ ਕਰ ਦਿੰਦੇ ਹਾਂ, ਜਿਹੜੀਆਂ ਕਦੀ ਸਾਡੇ ਤੇ ਵੀ ਲਾਗੂ ਨਹੀਂ ਸੀ, ਉਹ ਵੀ ਅਸੀਂ ਇਹਨਾਂ ਬੱਚਿਆਂ ਤੇ ਲਾਗੂ ਕਰ ਦਿੰਦੇ ਹਾਂ ਵੀ ਮੈਂ ਆਪਣਾ ਫਲਾਣਾ ਸੁਪਨਾ ਪੂਰਾ ਨਹੀਂ ਕਰ ਸਕਿਆ, ਉਹ ਤੂੰ ਕਰਨਾ ਹੁਣ। ਗਲਤ ਹੈ ਜੀ, ਤੁਸੀਂ ਆਪਣਾ ਸੁਪਨਾ ਪੂਰਾ ਕਰਨ ਦੇ ਜ਼ਿੰਮੇਵਾਰ ਆਪ ਹੋ। ਉਹ ਆਪਣੀ ਜ਼ਿੰਦਗੀ ਜੀਣ ਆਇਆ ਨੂੰ ਆਪਣੀ ਜੀਣ ਦਿਓ, ਠੀਕ ਹੈ ਨਾ ਜੀ। ਆਪਣੇ ਸੁਪਨਿਆਂ ਦਾ ਬੋਝ ਉਹ ਬੱਚਿਆਂ ਨੂੰ ਨਾ ਦਿਓ, ਸਗੋਂ ਉਹਨਾਂ ਨੂੰ ਇਦਾਂ ਦਾ ਮਾਹੌਲ ਦਿਓ ਜਿਹਦੇ ਚੋਂ, ਜਿੱਦਾਂ ਕਹਿੰਦੇ ਨਾ ਕਿ ਜੇ ਕੋਈ ਪਲਾਟ ਖਾਲੀ ਹੋਏ ਤੇ ਉਹਦੇ 'ਚ ਜੇ ਅਸੀਂ ਬੀਜ ਨਾ ਲਾਈਏ ਤੇ ਉਹ ਘਾਹ ਫੂਸ ਉਗ ਜਾਂਦੀ ਹੈ ਨਾ, ਉਹ ਆਪਣੇ ਆਪ ਭਰ ਜਾਂਦੀ। ਸੇਮ ਵੇ ਬੱਚੇ ਦਾ ਦਿਮਾਗ ਵੀ ਇਦਾਂ, ਜੇ ਉਹਦੇ ਤੁਸੀਂ ਅੱਛੇ ਕੋਈ ਚੀਜ਼ ਨਹੀਂ ਪਾਓਗੇ ਤੇ ਉਹਦੇ ਫਜ਼ੂਲ ਚੀਜ਼ਾਂ ਹੀ ਉਗਣੀਆਂ। ਸੋ ਐਜ਼ ਪੇਰੈਂਟਸ ਤੁਹਾਡਾ ਇਹ ਰੋਲ ਆ ਕਿ ਅਸੀਂ ਉਹਨੂੰ ਮਤਲਬ ਇਦਾਂ ਦਾ ਮਾਹੌਲ ਦਈਏ, ਇਦਾਂ ਦੀ ਉਹਨੂੰ ਇੱਕ ਕੰਫਰਟ ਲੈਵਲ ਦਈਏ ਕਿ ਉਹਦੇ ਅੰਦਰ ਉਹ ਕੀ ਗਿਫਟ ਲੈ ਕੇ ਆਇਆ, ਉਹ ਸਾਹਮਣੇ ਹੋਏ। ਉਹ ਸਪੋਰਟਸ ਦਾ ਲੈ ਕੇ ਆਇਆ, ਉਹ ਕਲਾਕਾਰ ਆ, ਉਹ ਬਿਜ਼ਨਸਮੈਨ ਆ, ਉਹ ਕਿਸ ਕਿੱਤੇ 'ਚ ਜਾਏਗਾ, ਉਹਨੂੰ ਵੀ ਮੌਕਾ ਦਈਏ। ਆਪਣੀ ਨਾ ਥੋਪੀਏ, ਉਹਦੀ ਵੀ ਸੁਣੀਏ ਹੌਲੀ ਹੌਲੀ, ਤੇ ਉਹਦੀ ਇੰਟੈਲੀਜੈਂਸ ਨੂੰ ਵੀ ਡਿਵੈਲਪ ਹੋਣ ਦਈਏ। ਤੇ ਜ਼ਿਆਦਾ ਜਲਦੀ ਕਿਸ ਚੀਜ਼ ਦੀ ਹੈ? ਬੜੀ ਖੂਬਸੂਰਤ ਮੈਂ ਚੀਜ਼ ਪੜ੍ਹੀ ਸੀ, ਕਹਿੰਦੇ ਅਸੀਂ ਬੱਚਿਆਂ ਨੂੰ ਪੜ੍ਹਾਉਣ ਲਈ ਇੰਨੇ ਕਾਹਲੇ ਕਿਉਂ ਆ? ਸ਼ਾਇਦ ਸਾਡੇ ਬੱਚੇ ਸਾਨੂੰ ਪੜ੍ਹਾਉਣ ਆਏ ਹੋਣ। ਅਸੀਂ ਬੜੇ ਕਾਲੇ ਹਾਂ, ਸਾਡੇ ਵਰਗੇ ਬਣ ਜਾਣ ਜੀ, ਐਨ ਸੂਟ ਬੂਟ ਟਾਈ ਲਾ ਕੇ, ਜੀ ਬਿਲਕੁਲ ਟਾਈਮ ਸਿਰ ਆਉਣ ਵਾਲੇ, ਸਾਰਾ ਕੁਝ। ਪਰ ਹੋ ਸਕਦਾ ਹੈ ਸਾਨੂੰ ਸਿਖਾਉਣ ਆਏ ਹੋਣ ਵੀ ਜ਼ਿੰਦਗੀ ਤੇ ਅਸਲੀ ਇਦਾਂ ਜੀ ਜਾਂਦੀ ਹੈ ਜੀ, ਠੀਕ ਹੈ ਨਾ। ਲਾਈਟ, ਹਾਂ, ਕਿ ਜ਼ਿੰਦਗੀ को ज़्यादा सीरियसली नहीं लेना चाहिए, तो वो चीज़ शायद ਬੱਚੇ ਸਾਨੂੰ ਸਿਖਾਉਣਾ ਹੈ ਜੀ। ਤੇ ਐਕਸਰਸਾਈਜ਼ ਦੇ ਨਾਲ ਖਾਣ ਪੀਣ ਕਿਹੋ ਜਿਹਾ ਹੋਣਾ ਚਾਹੀਦਾ ਹੈ? ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਬਿਲਕੁਲ ਸੰਤੁਲਿਤ ਭੋਜਨ ਖਾਂਦੇ ਹਾਂ ਪਰ ਸਾਨੂੰ ਲੱਗਦਾ ਨਹੀਂ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਤਣਾਅ ਦਾ। ਮੈਂ ਜਿੱਦਾਂ ਸਲੀਪ, ਨੀਂਦ ਦੀ ਗੱਲ ਕੀਤੀ, ਇਹ ਬਹੁਤ ਜ਼ਰੂਰੀ ਹੈ। ਐਕਸਰਸਾਈਜ਼ ਦੀ ਗੱਲ ਕੀਤੀ, ਇਹ ਬਹੁਤ ਜ਼ਰੂਰੀ ਹੈ। ਉਹ ਵੀ ਟੀਮ ਸਪੋਰਟਸ ਜਿਹੜੀਆਂ ਹੋ ਗਈਆਂ ਬੱਚਿਆਂ ਦੀਆਂ, ਕੰਪੈਰੀਟਿਵ ਸਪੋਰਟਸ ਜਿਹੜੀਆਂ ਖੇਡਾਂ, ਉਹ ਬਹੁਤ ਜ਼ਰੂਰੀ ਨੇ। ਨਾਲ ਘਰ ਵਿੱਚ ਇੱਕ ਅੱਛਾ ਮਾਹੌਲ ਬੜਾ ਜ਼ਰੂਰੀ ਹੈ। ਤੇ ਉਸ ਤੋਂ ਜ਼ਿਆਦਾ ਬੱਚੇ ਦੇ ਮਨ ਵਿੱਚ, ਕਿਉਂਕਿ ਉਹ ਆਪਣੀਆਂ ਕਿੰਨੀਆਂ ਮੁਸੀਬਤਾਂ ਝੇਲ ਰਿਹਾ ਆਲਰੇਡੀ, ਉਹਦੇ ਤੇ ਹੋਰ ਕਿੰਨੇ ਬੋਝ ਨੇ। ਸੋ ਉਹਦੇ ਬੋਝ ਨੂੰ ਸਮਝ ਕੇ ਥੋੜਾ ਪੇਰੈਂਟਸ ਉਹਨੂੰ ਘਟਾਉਣ ਦੀ ਜਿਹੜੀ ਕੋਸ਼ਿਸ਼ ਕਰਨ, ਤੇ ਨਾਲ ਇੱਕ ਇੱਦਾਂ ਦਾ ਮਾਹੌਲ ਦੇਣ ਜਿੱਦਾਂ ਮੈਂ ਆਲਰੇਡੀ ਕਿਹਾ। ਫਿਰ ਜਿਹੜਾ ਡਾਈਟ ਵੀ ਉਹਨੂੰ ਹਜ਼ਮ ਹੋਏਗੀ ਨੈਚੁਰਲੀ, ਉਹਦੇ ਜਿਹੜਾ ਸਾਰਾ ਸਿਸਟਮ ਹੈ, ਸਾਨੂੰ ਐਫਰਟ ਲਾਉਣ ਦੀ ਲੋੜ ਨਹੀਂ ਜੀ। ਇਹ ਤੇ ਸਵਾਲ ਹੀ ਨਹੀਂ ਪੈਦਾ ਹੋਣਾ ਚਾਹੀਦਾ ਕਿ ਵੀ ਨੌਜਵਾਨ ਨੂੰ ਖੁਰਾਕ ਹਜ਼ਮ ਨਹੀਂ ਹੋ ਰਹੀ। ਦੈਟ ਮੀਨਸ ਉਹਦੇ ਸਿਸਟਮ 'ਚ, ਉਹਦੀ ਲਾਈਫ ਸਟਾਈਲ 'ਚ ਕੁਝ ਗੜਬੜ ਹੈ ਜੇ ਨਹੀਂ ਹੋ ਰਹੀ ਜੀ। ਉਹ ਗੜਬੜ ਕਿੱਦਾਂ ਹਟਾਉਣੀ ਹੈ? ਤਾਂ ਜਿਹੜਾ ਸੜਕ ਆ ਉਹਦੇ ਬੜੀ ਪੱਧਰੀ ਹੈ, ਰਸਤਾ ਬੜਾ ਸਹੀ ਹੈ। ਸਪੀਡ ਬ੍ਰੇਕਰ ਕਿਹੜੇ ਨੇ ਉਹ ਜਿਹੜੇ ਕਿ ਅੱਜ ਦੇ ਲਾਈਫ ਸਟਾਈਲ ਨੇ ਜਿਹੜੇ ਬਣਾਏ ਨੇ ਸਾਡੇ ਜੀ, ਉਹ ਸਪੀਡ ਬ੍ਰੇਕਰ ਅਸੀਂ ਹਟਾਉਣੇ ਜੀ। ਉਹਨਾਂ 'ਚੋਂ 2-3 ਸਭ ਤੋਂ ਵੱਡੇ ਨੇ ਬੱਚੇ, ਜਿਹੜਾ ਨੌਜਵਾਨ ਪੀੜ੍ਹੀ ਦੀ ਗੱਲ ਕਰ ਰਹੀ ਹੈ, ਨੀਂਦ ਪੂਰੀ ਨਹੀਂ ਹੋ ਰਹੀ, 5-6 ਘੰਟੇ ਸੋ ਰਹੇ ਨੇ, ਸਾਰੀ ਰਾਤ ਉਹ ਦੇਖਦੇ ਰਹਿੰਦੇ ਆਪਣੇ ਜੋ ਵੀ ਸੀਰੀਅਲ ਜਿਹੜੇ ਹਨ, ਜਿਹੜੇ ਕੰਟੀਨਿਊਸਲੀ ਜੋ ਵੀ ਮਤਲਬ ਟੀਵੀ ਦੇਖਦੇ ਰਹਿੰਦੇ ਆ ਵਾਟ ਐਵਰ। ਐਂਡ ਦੈਨ ਉਹ ਸਮਝਦੇ ਕਿ ਵੀ ਉੱਠ ਕੇ ਫਟਾਫਟ ਮੈਂ ਓਨਾ ਹੀ, ਸਾਡੀ ਅਟੈਂਸ਼ਨ ਲੈਵਲ ਨਹੀਂ, ਬ੍ਰੇਨ ਨੂੰ ਰੈਸਟ ਚਾਹੀਦਾ, ਬਾਡੀ ਨੂੰ ਰੈਸਟ ਚਾਹੀਦੀ ਹੈ। ਦੂਜਾ, ਜੇ ਸਟ੍ਰੈਸ ਹੈਲਦੀ ਹੈ ਜੀ। ਜਿਮ ਜਿਹੜੇ ਲੋਕ ਜਾਂਦੇ ਨੇ, ਤੁਸੀਂ ਦੇਖੋ ਬੜੀ ਦਿਲਚਸਪੀ ਦੀ ਮਿਸਾਲ ਹੈ, ਬੰਦਾ ਕਾਰ 'ਚ ਜਾ ਕੇ ਜਾਂ ਸਕੂਟਰ ਤੇ ਜਾ ਕੇ ਉਹ ਜਿਮ ਜਾਂਦਾ, ਫਿਰ ਉੱਥੇ ਜਾ ਕੇ ਸਾਈਕਲ ਤੇ ਚੜ੍ਹ ਜਾਂਦਾ, ਠੀਕ ਹੈ। ਤੇ ਇਹ ਤੇ ਸੈਲਫ ਕ੍ਰੀਏਟਡ ਸਟ੍ਰੈਸ ਹੋਈ। ਪਰ ਕਿਉਂ? ਕਿਉਂਕਿ ਇਹ ਸਟ੍ਰੈਸ ਬੰਦੇ ਨੂੰ ਸਟਰੋਂਗ ਬਣਾਉਂਦੀ ਹੈ ਜੀ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ ਜੀ। ਦੁੱਖ ਨੂੰ ਦਾਰੂ ਕਹਿ ਗਏ ਗੁਰੂ ਸਾਹਿਬ ਕਿ ਇਹਦੇ ਤੋਂ ਹੀ ਸਾਨੂੰ ਅਸੀਂ ਠੀਕ ਹੋਣਾ, ਸੁੱਖ ਨੂੰ ਰੋਗ ਕਹਿ ਗਏ। ਤੇ ਇਸੇ ਮਾਨਸਿਕਤਾ ਸਾਡੀ ਇਹ ਹੋ ਗਈ ਵੀ ਹਰ ਚੀਜ਼ ਸੁੱਖ ਹੀ ਹੋਵੇ। ਕਿਉਂ? ਜੌਬ ਹੈ, ਜੌਬ 'ਚ ਥੋੜਾ ਜਿਹਾ ਕਿਸੇ ਨੂੰ ਐਕਸਟਰਾ ਕੁਝ ਕਰਨਾ ਪੈ ਗਿਆ, ਮੈਨੂੰ ਸਟ੍ਰੈਸ ਹੋ ਗਈ ਜੀ। ਬਈ ਜੌਬ ਜਿਹੜੇ ਵੀ ਕਿੱਤੇ 'ਚ ਅਸੀਂ, ਉਹਦੇ ਪੈਸੇ ਤਾਂ ਹੀ ਮਿਲਦੇ ਇਨਸਾਨ ਨੂੰ, ਸਟ੍ਰੈਸ ਝੇਲਣ ਹੀ ਮਿਲਦਾ ਜੀ। ਜੌਬ ਦੀ ਤੁਸੀਂ ਗੱਲ ਕੀਤੀ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜੁਆਇੰਟ ਫੈਮਿਲੀਜ਼ ਪਹਿਲਾਂ ਸੀਗੀਆਂ ਤੇ ਹਰ ਕੋਈ ਜੌਬ ਜਾਂ ਫਿਰ ਹਰ ਕੋਈ ਬਿਜ਼ਨਸ ਨਹੀਂ ਸੀ ਕਰਦਾ, ਹੁਣ ਨਿਊਕਲੀਅਰ ਫੈਮਿਲੀਜ਼ ਆ ਗਈਆਂ ਤੇ ਜੌਬ ਤੇ ਹਸਬੈਂਡ ਨੇ ਵੀ ਜਾਣਾ, ਵਾਈਫ ਨੇ ਵੀ ਜਾਣਾ। ਤੇ ਜਿਹੜੀ ਇੱਕ ਵਾਈਫ ਜੌਬ ਤੇ ਜਾਂਦੀ ਹੈ, ਉਹਦੇ ਲਈ ਤਣਾਅ, ਜਾਂ ਫਿਰ ਜਿਹੜੀ ਇੱਕ ਘਰ ਹਾਊਸ ਵਾਈਫ ਹੈ,
ਉਹਦੇ ਤਣਾਅ ਬਾਰੇ ਆਪਾਂ ਗੱਲਬਾਤ ਕਰਾਂਗੇ। ਉਹਦੇ ਲਈ ਤੇ ਕੁਕਿੰਗ ਕਲਾਸਿਸ ਲਾਣੇ ਪੈਣੀ ਜੀ ਤਾਂ ਕਿ ਜਿਹੜਾ ਭਾਰਤੀ ਖਾਸ ਕਰਕੇ ਉੱਤਰ ਭਾਰਤੀ ਮਰਦਾਂ ਨੂੰ ਕਿਚਨ 'ਚ ਜਾ ਕੇ ਹੈਲਪ ਕਰਾਉਣ ਦੀ ਸ਼ਰਮ ਨਾ ਆਏ ਤੇ ਫਿਰ ਆਪੇ ਤਣਾਅ ਘਟ ਜਾਣਾ। ਜੀ ਅੱਜ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਹਾਊਸ ਵਾਈਫ ਸਫਰ ਕਰ ਰਹੀਆਂ ਜਿਹਦੇ ਕਰਕੇ ਉਹਨਾਂ ਨੂੰ ਤਣਾਅ? ਆਈ ਥਿੰਕ ਨੰਬਰ 1 ਪ੍ਰੋਬਲਮ ਐਕਸਪੈਕਟੇਸ਼ਨਸ ਦੀ ਹੋਏਗੀ ਜਿਹੜੀ ਤੇ ਉਹਦੇ 'ਚ ਸਾਡੇ ਸਾਰਿਆਂ ਦਾ ਰੋਲ ਆ ਕਿ ਅਸੀਂ ਉਹਨੂੰ ਦੇਖੋ। ਇਹ ਤੇ ਰਿਸਰਚ ਸਾਬਿਤ ਕਰਦੀ ਹੈ ਜਿਹੜੀ ਵੀ ਸੁਸਾਇਟੀ ਵਿੱਚ ਜਿਹੜੀਆਂ ਲੇਡੀਜ਼ ਦੀ ਪਾਰਟਿਸਿਪੇਸ਼ਨ ਜਦੋਂ ਇਕਨੋਮੀ ਦੇ ਵਿੱਚ ਅਰਥਵਿਵਸਥਾ 'ਚ ਵੱਧਦੀ ਹੈ, ਉਹ ਆ ਕੇ ਕੰਮ ਕਰਨ ਨਿਕਲਦੀਆਂ ਘਰੋਂ, ਉਹ ਇਕਨੋਮੀ ਉਨੀ ਉੱਪਰ ਜਾਂਦੀ ਹੈ। ਚਾਈਨਾ ਦੀ ਮਿਸਾਲ ਦੇਖ ਲਈ, ਹੋਰ ਕਿੰਨੇ ਕੰਟਰੀਜ਼ ਦੀ ਅਸੀਂ ਮਿਸਾਲ ਦੇਖ ਲਈਏ, ਚਾਹੇ ਉਹ ਘਰੋਂ ਨਿਕਲ ਕੇ ਸਕੂਲਾਂ 'ਚ ਪੜ੍ਹਾਉਣ ਆ ਰਹੀਆਂ ਨੇ, ਚਾਹੇ ਉਹ ਘਰੋਂ ਨਿਕਲ ਕੇ ਕੁਝ ਹੋਰ ਕਰਨ ਆ ਰਹੀਆਂ, ਸਾਡਾ ਫਾਇਦਾ ਹੋਣਾ ਐਜ਼ ਅ ਕਲਚਰ, ਐਜ਼ ਅ ਕੰਟਰੀ, ਸਾਡਾ ਬੈਨੀਫਿਟ ਹੋਣਾ ਉਹਦੇ 'ਚ। ਤੇ ਅਸੀਂ ਕਿਉਂ ਨਾ, ਕਿਉਂਕਿ ਯੁੱਗ ਬਦਲ ਚੁੱਕਾ, ਜ਼ਮਾਨਾ ਬਦਲ ਚੁੱਕਿਆ, ਉਹਦੇ ਨਾਲ ਅਸੀਂ ਵੀ ਆਪਣੀ ਸੋਚ ਵਿੱਚ ਵੀ ਬਦਲਾਵ ਲਿਆਈਏ। ਜੀ ਜੇ ਬੈਂਕ ਦਾ ਜਿਹੜਾ ਪਿਨ ਕਾਰਡ ਹੁੰਦਾ ਨਾ, ਜਿਹੜਾ ਕਾਰਡ ਹੁੰਦਾ ਕ੍ਰੈਡਿਟ ਕਾਰਡ, ਜਦੋਂ ਐਕਸਪਾਇਰ ਹੋ ਜਾਏ ਤੇ ਬੈਂਕ ਵਾਲੇ ਨਵਾਂ ਕਾਰਡ ਭੇਜਦੇ ਆ ਜੀ, ਪਰ ਨਵੇਂ ਕਾਰਡ ਤੇ ਕਦੀ ਪੁਰਾਣਾ ਪਿਨ ਕੋਡ ਨਹੀਂ ਚੱਲਦਾ। ਉਹ ਤੇ ਪਿਨ ਕੋਡ ਵੀ ਨਵਾਂ ਲਾਣਾ ਪੈਂਦਾ, ਫੇਰ ਕੰਮ ਕਰਦਾ। ਜ਼ਮਾਨਾ ਬਦਲ ਚੁੱਕਾ, ਸਾਡਾ ਰਵੱਈਆ ਪੁਰਾਣਾ ਹੀ ਹੈ ਜੀ, ਇਹਨੂੰ ਬਦਲਣਾ ਬਹੁਤ ਜ਼ਰੂਰੀ ਹੈ। ਅਸੀਂ ਇਸ ਚੀਜ਼ ਇੱਦਾਂ ਦਾ ਮਾਹੌਲ ਬਣਾਈਏ ਕਿ ਸਾਡੀਆਂ ਬੇਟੀਆਂ, ਸਾਡੀਆਂ ਭੈਣਾਂ ਇਹ ਵੀ ਅਰਥ-ਵਿਵਸਥਾ ਦੇ ਵਿੱਚ ਹਿੱਸਾ ਲੈ ਸਕਣ। ਜੋ ਮੌਕੇ ਇਹ ਵੀ ਪੜ੍ਹੀਆਂ ਲਿਖੀਆਂ ਨੇ, ਇਹਨਾਂ ਅੰਦਰ ਵੀ ਕਾਬਲੀਅਤ ਹੈ, ਇਹਨਾਂ ਨੂੰ ਵੀ ਮੌਕਾ ਮਿਲੇ, ਉਹਦੇ ਦਾ ਸਾਡੇ ਸਾਰਿਆਂ ਦਾ ਬੈਨੀਫਿਟ ਹੋਣਾ। ਕਿੰਨਾ ਟੈਲੈਂਟ ਲੁਕਿਆ ਬੈਠਾ ਜਿਹੜਾ ਸਿਰਫ ਕਿਟੀ ਪਾਰਟੀਜ਼ 'ਚ ਵੇਸਟ ਹੋ ਰਿਹਾ ਜਾਂ ਘਰ ਬੈਠੇ ਵੇਸਟ ਹੋ ਰਿਹਾ, ਉਹ ਟੈਲੈਂਟ ਨੂੰ ਅੱਗੇ ਲਿਆਵਾਂਗੇ, ਸਮਾਜ ਦਾ ਬਹੁਤ ਬੈਨੀਫਿਟ ਹੋਏਗਾ। ਜੀ ਤੁਸੀਂ ਮੋਟੀਵੇਸ਼ਨਲ ਸਪੀਕਰ ਹੋ, ਬਹੁਤ ਸਾਰੇ ਲੋਕਾਂ ਦੇ ਵਿੱਚ ਗੁਜ਼ਰਦੇ ਹੋ, ਬਹੁਤ ਸਾਰੀਆਂ ਲੋਕਾਂ ਦੀਆਂ ਪ੍ਰੋਬਲਮਸ ਵੀ ਸੁਣਦੇ ਹੋ। ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਹੈ ਤੁਹਾਡੇ ਮੁਤਾਬਿਕ, ਕਿਉਂਕਿ ਤੁਹਾਡਾ ਬਹੁਤ ਐਕਸਪੀਰੀਅੰਸ ਹੈ ਇਸ ਚੀਜ਼ ਨੂੰ ਲੈ ਕੇ? ਆਸਟ੍ਰੇਲੀਆ 'ਚ ਇੱਕ ਨਰਸ ਸੀ, ਉਹਨੇ ਨਾ ਰਿਸਰਚ ਕੀਤੀ, ਜਿਹੜੇ ਲੋਕ ਕਾਫੀ ਬਜ਼ੁਰਗ ਸੀਗੇ ਜਾਂ ਬਿਮਾਰ ਸੀਗੇ, ਜਿਹੜੇ ਮੌਤ ਦੇ ਨਜ਼ਦੀਕ ਸੀਗੇ, ਉਹਨੇ ਕਿਹਾ ਵੀ ਤੁਸੀਂ ਮੈਨੂੰ ਸਭ ਤੋਂ ਵੱਡੀ ਆਪਣੀ ਜ਼ਿੰਦਗੀ ਦੀ ਤੁਹਾਨੂੰ ਲੱਗਿਆ ਨਾ ਤੁਸੀਂ ਜੋ ਗਲਤੀ ਕੀਤੀ ਆ, ਮੈਨੂੰ ਆਪਣੀਆਂ ਗਲਤੀਆਂ ਦੱਸੋ, ਮੈਂ ਕਿਤਾਬ ਲਿਖਣੀ ਜੀ। ਉਹਨੇ ਕਿਤਾਬ ਲਿਖੀ ਅੰਗਰੇਜ਼ੀ 'ਚ 5 ਰਿਗਰੈਟਸ ਆਫ ਡਾਇੰਗ ਪੀਪਲ, ਯਾਨੀ ਮੌਤ ਦੇ ਨਜ਼ਦੀਕ ਲੋਕਾਂ ਦੀਆਂ 5 ਸਭ ਤੋਂ ਵੱਡੀਆਂ ਉਹਨਾਂ ਨੂੰ ਕਿਸ ਚੀਜ਼ ਦੀ ਨਿਰਾਸ਼ਾ ਹੋਈ ਕਿ ਮੈਂ ਇਸ ਚੀਜ਼ ਨੂੰ ਇੱਦਾਂ ਕੀਤਾ। ਉਹਦੇ ਤੇ ਨੰਬਰ 1 ਸੀ, I wish I had the courage to lead a life true to myself। ਮੈਂ ਇਹ ਸੋਚਦਾ ਕਿ ਮੇਰੇ 'ਚ ਇੰਨੀ ਹਿੰਮਤ ਹੁੰਦੀ, ਮੈਂ ਉਹ ਜ਼ਿੰਦਗੀ ਜੀ ਪਾਉਂਦਾ ਜੋ ਮੈਂ ਐਕਚੁਅਲ 'ਚ ਜੀਣਾ ਚਾਹੁੰਦਾ ਸੀ ਜਾਂ ਜੀਣੀ ਚਾਹੁੰਦੀ ਸੀ। ਅਸੀਂ ਉਹ ਜ਼ਿੰਦਗੀ ਨਹੀਂ ਜੀ ਰਹੇ ਜੀ, ਅਸੀਂ ਜ਼ਿੰਦਗੀ ਜੀ ਰਹੇ ਹਾਂ ਸਮਾਜ ਨੂੰ ਖੁਸ਼ ਕਰਨ ਲਈ। ਫਲਾਣੇ ਦੀ ਬਰਥਡੇ ਪਾਰਟੀ ਇੱਦਾਂ ਹੋਈ, ਉਹਦੇ ਬੇਟੇ ਦੀ, ਮੇਰੇ ਦੀ ਵੀ ਇੱਦਾਂ ਹੋਣੀ ਚਾਹੀਦੀ ਹੈ। ਉਹਦੇ ਇੱਦਾਂ ਕੁੜੀ ਦਾ ਵਿਆਹ ਇੱਦਾਂ ਕੀਤਾ, ਮੈਂ ਇਹ ਤੋਂ ਵੱਧ ਕੇ ਕਰਨਾ। ਠੀਕ ਹੈ ਜੀ, ਉਹਦਾ ਬੇਟਾ ਫਲਾਣ ਕੰਟਰੀ ਪੜ੍ਹਨ ਗਿਆ ਜੀ ਤੇ ਮੈਂ ਆਪਣੇ ਨੂੰ ਇੱਥੇ ਭੇਜਣਾ, ਉਹ ਤੋਂ ਪਹਿਲੇ ਭੇਜਣਾ, ਉਹ ਤੋਂ ਜ਼ਿਆਦਾ। ਮੁਕਾਬਲੇ ਦੀ ਰੇਸ ਅਸੀਂ ਖੁਦ ਲੱਗ ਗਏ ਹਾਂ ਜੀ। ਕਿਸੇ ਨੇ ਕੋਈ ਨੰਬਰ ਨਹੀਂ ਦੇਣੇ ਤੇ ਅਸੀਂ ਜੋ ਸੁਨਹਿਰੀ ਮੌਕਾ ਹੈ 84 ਲੱਖ ਜੂਨਾਂ ਬਾਅਦ ਸੁਨਹਿਰੀ ਮੌਕਾ ਇਨਸਾਨ ਬਣਨ ਦਾ, ਉਹਨੂੰ ਇੱਕ ਫਜ਼ੂਲ ਦੇ ਮੁਕਾਬਲੇ ਦੇ ਵਿੱਚ ਅਸੀਂ ਗਵਾਤਾ ਜੀ। ਤਾਂ ਅਸੀਂ ਉਹਦਾ ਫਿਰ ਤੋਂ ਇੱਕ ਵਾਰੀ ਇਹ ਦੇਖੀਏ ਵੀ ਪ੍ਰਾਇੋਰਟੀ ਕੀ ਹੈ ਸਾਡੀ ਡੇ ਟੂ ਡੇ ਲਾਈਫ ਵਿੱਚ। ਜਿਹੜਾ ਖੁਸ਼ ਰਹਿੰਦਾ, ਮੇਰੇ ਹਿਸਾਬ ਨਾਲ ਉਹ ਤੋਂ ਅਮੀਰ ਬੰਦਾ ਕੋਈ ਨਹੀਂ। ਜੇ ਮੇਰੇ ਬੈਂਕ 'ਚ 20 ਕਰੋੜ 40 ਕਰੋੜ ਬੈਲੈਂਸ ਹੋਏ ਪਰ ਮੈਂ 2 ਨੀਂਦ ਦੀਆਂ ਗੋਲੀਆਂ ਲਾ ਕੇ ਸੋ ਰਿਹਾ, ਮੈਂ ਹੋਰ ਮੈਡੀਕੇਸ਼ਨ ਆਪਣੀ ਸਟ੍ਰੈਸ ਨੂੰ ਕੰਟਰੋਲ ਕਰਨ ਲਈ ਲੈ ਰਿਹਾ, ਮੇਰੇ ਹਿਸਾਬ ਨਾਲ ਫਾਇਦਾ ਨਹੀਂ ਉਹਨੀ ਕਮਾਈ ਦਾ ਜੀ। ਕਮਾਈ ਸਭ ਤੋਂ ਪਹਿਲੀ ਉਹ ਕਿ ਜੇ ਮੈਂ ਰਾਤੀ ਮੈਂ ਚੈਨ ਦੀ ਨੀਂਦ ਸੋ ਪਾ ਰਿਹਾ, ਮੇਰੇ ਆਲੇ ਦੁਆਲੇ ਖੁਸ਼ੀ ਹੈ, ਮੈਂ ਖੁਸ਼ ਹਾਂ, ਮੈਂ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ, ਬੱਚਿਆਂ ਨਾਲ ਖੇਡਣ ਦਾ ਮੌਕਾ ਮਿਲ ਰਿਹਾ, ਕੁਝ ਉਗਾਉਣ ਦਾ, ਕੁਝ ਫੁੱਲ ਫਲ ਬੂਟੇ, ਕੁਝ ਥੋੜਾ ਬਹੁਤਾ ਲਾਉਣ ਦਾ। ਜ਼ਿੰਦਗੀ ਦੀ ਖੂਬਸੂਰਤ ਚੀਜ਼ਾਂ ਤੇ ਇਹੀ ਨੇ। ਸੋ ਸਭ ਤੋਂ ਵੱਡੀ ਤੁਸੀਂ ਜਿਹੜੀ ਪ੍ਰੋਬਲਮ ਪੁੱਛੀ ਹੋਏ, ਇਹ ਅਸੀਂ ਖੁਸ਼ੀ ਭਾਲਦੇ ਹਾਂ ਵੱਡੀਆਂ ਚੀਜ਼ਾਂ 'ਚ ਜੀ। ਮੈਂ ਉੱਥੇ ਜਾਵਾਂਗਾ, ਹੌਲੀਡੇ ਕਰਾਂਗਾ, ਸਾਰਾ ਸਾਲ ਪੈਸੇ ਜੋੜੇ 5 ਦਿਨ ਛੁੱਟੀ ਮਨਾਉਣ ਲਈ ਕਿਸੇ ਵਿਦੇਸ਼ ਦੀ ਜਗ੍ਹਾ 'ਚ, ਮੈਂ ਉੱਥੇ ਜਾਵਾਂਗਾ ਤੇ ਖੁਸ਼ ਹੋਵਾਂਗਾ। ਗਲਤ। ਤੁਸੀਂ ਇੱਥੇ ਵੀ ਚਾਹ ਦਾ ਕੱਪ ਲੈ ਕੇ ਵੀ, ਢਾਬੇ ਦੇ ਬਹਿ ਕੇ ਵੀ ਉਸ ਤੋਂ ਜ਼ਿਆਦਾ ਖੁਸ਼ੀ ਮਾਣ ਸਕਦੇ ਹੋ। ਬਿਲਕੁਲ। ਮੇਰੇ ਕੋਲ ਉਹ ਗੱਡੀ ਹੋਏਗੀ, ਉਹ ਚੀਜ਼ ਹੋਏਗੀ, ਫਿਰ ਮੈਂ ਦੇਖੋ ਮੈਂ ਬੜੀ ਟੌਰ ਨਾਲ ਕੰਮ ਤੇ ਪਹੁੰਚਾਂਗਾ। ਨਹੀਂ, ਤੁਸੀਂ ਆਪਣੇ ਆਪ ਤੇ ਆਤਮ ਵਿਸ਼ਵਾਸ ਬਣਾ ਕੇ, ਆਪਣੇ ਹੁਨਰ 'ਚ, ਆਪਣੀ ਕਲਾ 'ਚ, ਆਪਣੀ ਸ਼ਖਸੀਅਤ 'ਚ ਹੋਰ ਵਿਸ਼ਵਾਸ ਬਣਾ ਕੇ, ਭਾਵੇਂ ਪੈਦਲ ਭਾਵੇਂ ਸਾਈਕਲ ਤੇ ਵੀ ਆਪਣੇ ਕੰਮ ਤੇ ਪਹੁੰਚ ਜਾਓ, ਤੁਹਾਨੂੰ ਜ਼ਿਆਦਾ ਖੁਸ਼ੀ ਮਹਿਸੂਸ ਹੋਏਗੀ ਜੀ। ਸਭ ਤੋਂ ਵੱਡੀ ਪ੍ਰੋਬਲਮ, ਅਸੀਂ ਖੁਸ਼ੀ ਲੱਭ ਰਹੇ ਹਾਂ ਬਹੁਤ ਵੱਡੀਆਂ ਚੀਜ਼ਾਂ 'ਚ। ਅਸੀਂ ਖੁਸ਼ੀ ਲੱਭਦੇ ਹਾਂ ਜ਼ਿਆਦਾਤਰ ਪੈਸੇ ਦੇ ਵਿੱਚ, ਪੈਸੇ 'ਚ ਜਾਂ ਦੁਨਿਆਵੀ ਚੀਜ਼ਾਂ 'ਚ ਜੀ। ਤੇ ਖੁਸ਼ੀ ਹੈ ਸਾਡੀ ਡੇ ਟੂ ਡੇ ਨਿੱਕੀਆਂ ਚੀਜ਼ਾਂ 'ਚ ਜੀ। ਬਾਹਰ ਵਿਹੜੇ 'ਚ ਫੁੱਲ ਖਿੜੇ ਨੇ, ਉਹਨਾਂ ਨੂੰ ਦੇਖ ਕੇ 5 ਮਿੰਟ ਖੁਸ਼ ਹੋ ਲਓ, ਬਹੁਤ ਖੁਸ਼ੀ ਹੈ ਜੀ। ਬੱਚੇ ਦਾ ਚਿਹਰਾ ਕਿਸੇ ਦਾ 5 ਮਿੰਟ ਦੇਖ ਕੇ ਖੁਸ਼ ਹੋ ਲਓ, ਬੜੀ ਖੁਸ਼ੀ ਹੈ। ਵਧੀਆ ਕੱਪ ਚਾਹ ਦਾ, ਸਾਦਾ ਦੇਸੀ ਚਾਹ ਦਾ ਪੀਤਾ ਹੋਏ, ਉਹਦੇ 'ਚ ਖੁਸ਼ੀ ਹੈ। ਬੜੀਆਂ ਸਰਲ ਚੀਜ਼ਾਂ ਦੇ ਵਿੱਚ ਖੁਸ਼ੀ ਹੈ ਜੀ। ਤੇ ਉਹਨਾਂ ਨੂੰ ਅਨੁਭਵ ਕਰੀਏ, ਫਿਰ ਬਾਕੀ ਚੀਜ਼ਾਂ ਵੀ ਆਉਣਗੀਆਂ
ਜੀ ਆਪਣੇ ਆਣਗੇ। ਪਰ ਦੌੜ ਜਿਹੜੀ ਹੈ ਇਹਨੂੰ ਅਸੀਂ ਮੈਂ ਦੇਖੀਏ ਇਹ ਵੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਜਿੰਨੀ ਸਾਡੀ ਸ਼ਮਤਾ ਭੱਜਣ ਦੀ ਇਨਸਾਨ ਨੂੰ ਜ਼ਰੂਰ ਭੱਜਣਾ ਚਾਹੀਦਾ, ਨਹੀਂ ਤੇ ਆਲਸੀ ਹੋ ਜਾਂਦਾ ਬੰਦਾ। ਜੀ ਮੈਂ ਹੀ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਕਿ ਮੁਕਾਬਲਾ ਆਪਣੇ ਆਪ ਨਾ ਕਰੋ, ਹਰ ਵਕਤ ਤੁਹਾਡਾ ਕੰਪੈਰੀਜ਼ਨ ਕਿਸੇ ਹੋਰ ਨਾਲ ਕਰੋਗੇ, ਪ੍ਰੋਬਲਮ ਆਣੀ ਹੈ। ਸਾਡੇ ਬੜੇ ਵਧੀਆ ਟੀਚਰ ਹੁੰਦੇ ਸੀਗੇ IIM ਅਹਿਮਦਾਬਾਦ 'ਚ, ਉਹਨਾਂ ਨੇ ਕਲਾਸ 'ਚ ਇੱਕ ਨੂੰ ਖੜੇ ਕਰ ਦੇਣਾ, ਕਹਿਣਾ ਵੀ ਤੈਨੂੰ ਨਾ ਐਤਕੀ 10 ਲੱਖ ਰੁਪਇਆ ਸਾਲ ਦਾ ਇੰਕਰੀਮੈਂਟ ਦਿੱਤਾ ਕੰਪਨੀ ਨੇ, ਤੂੰ ਮੈਨੂੰ ਦਿਖਾ ਕਿੰਨਾ ਖੁਸ਼ ਹੋਏਗਾ। ਉਹਨੇ ਐਂ ਛਲਾਂਗਾ ਮਾਰਨੀਆਂ, 10 ਲੱਖ ਮਿਲ ਗਿਆ ਜੀ ਵਾਰੀ। ਫਿਰ ਉਹਨੂੰ ਅਗਲਾ ਸਵਾਲ ਪੁੱਛਣਾ, ਪਰ ਨਾਲ ਨਾਲ ਬੇਟਾ ਇਹ ਵੀ ਖਬਰ ਆਈ ਆ ਆਫਿਸ 'ਚ ਜਿਹਨੂੰ ਤੂੰ ਸਭ ਤੋਂ ਜ਼ਿਆਦਾ ਨਫ਼ਰਤ ਕਰਦਾ ਨਾ, ਜਿੱਥੋਂ ਤੈਨੂੰ ਸਭ ਤੋਂ ਜ਼ਿਆਦਾ ਜੈਲਸੀ ਆ, ਉਹਨੂੰ 20 ਲੱਖ ਮਿਲਿਆ। ਅੱਛਾ ਸਰ, ਉਹਨੂੰ 20 ਲੱਖ ਮਿਲ ਗਿਆ, ਉਹਦੀ ਖੁਸ਼ੀ ਐਨ ਮਿੰਟੋ ਮਿੰਟੀ ਗਾਇਬ ਹੋ ਗਈ ਜੀ। ਕਹਿੰਦੇ ਬੇਟਾ ਇਕਨੋਮਿਕ ਟਰਮ ਸੇ ਦੇਖਿਆ ਜਾਏ, ਤੈਨੂੰ ਕੋ ਪਹਿਲਾਂ 10 ਲੱਖ ਨਹੀਂ ਸੀਗਾ, ਤੈਨੂੰ ਮਿਲਿਆ, ਤੈਨੂੰ ਤੇ ਬਹੁਤ ਖੁਸ਼ ਹੋਣਾ ਚਾਹੀਦਾ ਜੀ, ਪਰ ਤੇਰੀ ਖੁਸ਼ੀ ਕਿੱਥੇ ਗਈ? ਤੇਰੀ ਖੁਸ਼ੀ ਗਵਾਚ ਗਈ ਇਹ ਸੁਣ ਕੇ ਵੀ ਕਿਸੇ ਹੋਰ ਨੂੰ 20 ਮਿਲ ਗਿਆ। ਲੌਜੀਕਲੀ ਦੇਖਿਆ ਜਾਏ ਤੇਰਾ ਉਹਦੇ ਨਾਲ ਕੋਈ ਲੈਣ ਦੇਣਾ ਨਹੀਂ, ਤੇਰੇ ਘਰ ਐਕਸਟਰਾ ਪੈਸੇ ਆ ਰਹੇ, ਤੈਨੂੰ ਖੁਸ਼ੀ ਬਰਕਰਾਰ ਰਹਿਣੀ ਚਾਹੀਦੀ ਹੈ, ਪਰ ਤੇਰਾ ਧਿਆਨ ਹੁਣ ਉਧਰ ਲੱਗ ਗਿਆ ਵੀ ਉਹਨੂੰ ਵੀ ਕਿਉਂ ਮਿਲਿਆ। ਜੀ ਬਾਬਾ ਬੁੱਲੇ ਸ਼ਾਹ ਨੂੰ ਕਿਸੇ ਨੇ ਪੁੱਛਿਆ ਵੀ ਇਹ ਕਹਾਣੀ ਆ ਕਿ ਵੀ ਤੁਸੀਂ ਇੰਨੀ ਗਰੀਬੀ ਦੇ ਬਾਵਜੂਦ ਇੰਨੇ ਖੁਸ਼ ਕਿੱਦਾਂ ਰਹਿੰਦੇ, ਤੇ ਉਹ ਕਹਿੰਦੇ ਮੈਂ ਚੜ੍ਹਦੇ ਸੂਰਜ ਢਲਦੇ ਦੇਖੇ, ਮੈਂ ਚੜ੍ਹਦੇ ਸੂਰਜ ਢਲਦੇ ਦੇਖੇ, ਮੈਂ ਬੁਝਦੇ ਦੀਵੇ ਬਲਦੇ ਦੇਖੇ। ਵਾਹ। ਲੋਕੀ ਕਹਿੰਦੇ ਦਾਲ ਨਹੀਂ ਗਲਦੀ, ਮੈਂ ਤਾਂ ਪੱਥਰ ਗਲਦੇ ਵੇਖੇ। ਬਹੁਤ ਖੂਬ। ਜਿੰਨਾ ਦਾਨਾ ਜਗ ਤੇ ਕੋਈ, ਮੈਂ ਉਹ ਵੀ ਪੁੱਤਰ ਪਲਦੇ ਵੇਖੇ। ਵਾਹ ਜੀ ਵਾਹ। ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਮੈਂ ਕਿਉਂ ਨਾ ਸ਼ੁਕਰ ਮਨਾਵਾਂ। ਕੀ ਬਾਤ ਹੈ। ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਮੈਂ ਕਿਉਂ ਨਾ ਸ਼ੁਕਰ ਮਨਾਵਾਂ। ਬਹੁਤ ਖੂਬ। ਸ਼ੁਕਰ ਮਨਾਉਣਾ ਭੁੱਲ ਗਏ ਆ। ਸਵੇਰੇ ਫੋਨ ਚੁੱਕਣ ਦੀ ਬਜਾਏ 5 ਮਿੰਟ ਐਕਸਟਰਾ ਲਾ ਲਓ ਬੈੱਡ 'ਚ, ਸ਼ੁਕਰ ਮਨਾਇਆ ਕਰੋ। ਜੀ, ਇੱਕ ਸਕੂਨ ਬਜ਼ੁਰਗਾਂ ਦੀਆਂ ਗੱਲਾਂ ਵਿੱਚ, ਬਾਤਾਂ ਵਿੱਚ ਵੀ ਹੈ। ਬਜ਼ੁਰਗਾਂ ਨਾਲ ਬੈਠਣਾ ਵੀ ਇੱਕ ਸਕੂਨ ਹੈ, ਪਰ ਉਹ ਅੱਜ ਅਸੀਂ ਭੁੱਲ ਗਏ ਹਾਂ, ਤੇ ਇਹਦੇ ਕਾਰਨ ਹੀ ਜਿਹੜੇ ਬਜ਼ੁਰਗ ਆ ਉਹ ਤਣਾਅ ਵਿੱਚ ਜਾ ਰਹੇ, ਔਰ ਤਣਾਅ ਹੌਲੀ ਹੌਲੀ ਡਿਪਰੈਸ਼ਨ ਦੇ ਵਿੱਚ ਅਸੀਂ ਵੈਸਟਰਨ ਹੋ ਗਏ ਨਾ ਜੀ, ਅਸੀਂ ਪੱਛਮੀ ਸੱਭਿਅਤਾ ਨੂੰ ਫੋਲੋ ਕਰ ਰਹੇ ਹਾਂ ਜੀ, ਤੇ ਉਹਦੇ 'ਚ ਤੇ ਫਿਰ ਇਦਾਂ ਹੀ ਆ, ਬੰਦਾ ਆਪਣਾ ਖਿਆਲ ਆਪ ਰੱਖਦਾ ਜੀ। ਅਸੀਂ ਆਪਣੀ ਕਲਚਰ ਤੋਂ ਦੂਰ ਹੋ ਰਹੇ ਹਾਂ, ਅਸੀਂ ਆਪਣੀ ਸੱਭਿਅਤਾ ਤੋਂ ਦੂਰ ਹੋ ਰਹੇ ਹਾਂ। ਬਜ਼ੁਰਗਾਂ ਨਾਲ ਰਹਿਣਾ ਜੀ, ਉਹਨਾਂ ਦੀ ਸੇਵਾ ਕਰਨਾ, ਉਹਨਾਂ ਦਾ ਆਸ਼ੀਰਵਾਦ ਲੈਣਾ। ਉਹ ਦੇਖੋ ਕਿੱਦਾਂ ਐ, ਜਦੋਂ ਮਾਂ ਨੇ ਸਿਰ ਤੇ ਮੱਥੇ ਤੇ ਹੱਥ ਫੇਰਨਾ ਨਾ ਤੇ ਅਸੀਸ ਦੇਣੀ ਆ, ਕੋਈ ਆਸ਼ੀਰਵਾਦ ਦੇਣਾ ਕਿਤੇ ਜਾਣ ਵੇਲੇ, ਤੁਹਾਡਾ ਤਣਾਅ ਐ ਗਾਇਬ ਹੋ ਜਾਣਾ, ਲੋੜ ਨਹੀਂ ਪੈਣੀ ਕਿਸੇ ਚੀਜ਼ ਦੀ। ਬਿਲਕੁਲ। ਔਰ ਕੀ ਸਾਡੇ ਫਰਜ਼ ਬਣਦੇ ਆ ਬਜ਼ੁਰਗਾਂ ਪ੍ਰਤੀ? ਬਜ਼ੁਰਗਾਂ ਨੂੰ ਤਣਾਅ ਮੁਕਤ ਕਿਵੇਂ ਰੱਖਿਆ ਜਾਵੇ, ਕਿਸ ਤਰ੍ਹਾਂ ਆਪਾਂ ਹੱਲ ਲੱਭ ਸਕਦੇ ਹਾਂ? ਇਹ ਨਾ ਭੁੱਲੀਏ ਕਿਸੇ ਦਿਨ ਅਸੀਂ ਵੀ ਬਜ਼ੁਰਗ ਹੋਣਾ ਜੀ, ਪਹਿਲੇ ਤੇ ਇਹ ਬਹੁਤ ਜ਼ਰੂਰੀ ਹੈ। ਤੇ ਦੂਸਰਾ ਕਿ ਉਹਨਾਂ ਦੀ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ, ਜੇ ਅੱਜ ਤੁਸੀਂ ਇੰਨੇ ਖੁਸ਼ਕਿਸਮਤ ਹੈਗੇ ਹੋ ਕਿ ਜੇ ਮਾਂ ਬਾਪ, ਦਾਦਾ ਦਾਦੀ, ਨਾਨਾ ਨਾਨੀ ਇਹ ਸਾਰੇ ਤੁਹਾਡੇ ਕੋਲ ਨੇ, ਤੇ ਤੁਸੀਂ ਦੇਖੋ ਕਿ ਤੁਹਾਡੇ ਕੋਲ ਇਨਸਾਨ ਸਕੂਲ ਕਾਲਜ ਜਾਂਦਾ ਪੜ੍ਹਨ, ਹੋਰ ਕਿੰਨੀ ਜਾਂਦਾ, ਇਹ ਤੁਹਾਡੇ ਕੋਲ ਲਿਵਿੰਗ ਲਾਇਬ੍ਰੇਰੀਜ਼ ਨੇ ਜੀ। ਇਹ ਤੇ ਜਿਉਂਦੀਆਂ ਜਾਗਦੀਆਂ ਲਾਇਬ੍ਰੇਰੀਆਂ ਨੇ, ਇਹਨਾਂ ਕੋਲ ਸਿੱਖੋ, ਇਹਨਾਂ ਨਾਲ ਵਕਤ ਸਪੈਂਡ ਕਰੋ, ਜ਼ਿੰਦਗੀ ਜੀਣ ਦੀ ਜਾਚ ਸਿੱਖੋ। ਕਿੱਦਾਂ ਕਈ ਵਾਰੀ ਸਾਨੂੰ ਜੇ ਕੋਈ ਮੰਨ ਲਓ ਕੋਈ ਸਾਡੇ ਕੋਈ ਦਰਸ਼ਕ 30-35 ਸਾਲ ਦੇ ਨੇ, ਤੇ ਪਰ ਕੋਈ ਬਜ਼ੁਰਗ ਜਿਹੜਾ 70-75 ਸਾਲ ਦਾ ਹੋ ਤਾਂ ਡਬਲ ਜ਼ਿੰਦਗੀ ਜੀ ਚੁੱਕਾ, ਜ਼ਿਆਦਾ ਮੁਸ਼ਕਿਲਾਂ ਸਾਹਮਣਾ ਕਰ ਚੁੱਕਾ ਜੀ। ਆਪਣੇ ਆਪ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕਰੋ, ਉਹਨਾਂ ਕੋਲ ਤੁਹਾਨੂੰ ਬੜੀ ਅੱਛੀ ਐਡਵਾਈਸ ਮਿਲੇਗੀ। ਸਾਰੀ ਜਿਹੜੀ ਨੌਲੇਜ ਹੈ, ਜੋ ਵੀ ਸਾਡੀ ਮੁਸ਼ਕਿਲਾਂ ਦਾ ਸਮਾਧਾਨ ਹੈ, ਸਾਨੂੰ ਲੱਗਦਾ ਬਾਹਰੋਂ ਮਿਲਣਾ ਕਿਤੋਂ ਜੀ। ਤੇ ਕਈ ਵਾਰੀ ਅਸੀਂ ਸਾਡੇ ਆਸ-ਪਾਸ ਰਹਿ ਰਹੇ ਜਿਹੜੇ ਲੋਕ, ਅਸੀਂ ਉਹਨਾਂ ਦੀ ਨਹੀਂ ਸੁਣਦੇ ਜੀ। ਤੇ ਫਿਰ ਹੁਣ ਸਾਨੂੰ ਦੱਸੋ, ਤੇ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਤਣਾਅ ਮੁਕਤ ਕਿਵੇਂ ਰਹਿਣਾ ਹੈ, ਤਣਾਅ ਨੂੰ ਦੂਰ ਕਿਵੇਂ ਭਜਾਣਾ ਹੈ? ਤਣਾਅ ਨਹੀਂ ਭੱਜੇਗਾ, ਤੁਸੀਂ ਤਗੜੇ ਬਣਨਾ ਜੀ। ਕਿਉਂਕਿ ਜਿਹੜੀਆਂ ਲਾਈਫ ਦੀਆਂ ਜੋ ਵੀ ਹਰ ਬੰਦੇ ਦੀਆਂ ਕੋਈ ਨਾ ਕੋਈ ਡਿਊਟੀਆਂ ਨੇ, ਉਹ ਅਸੀਂ ਅੱਛੇ ਤਰੀਕੇ ਨਾਲ ਨਿਭਾਉਣੀਆਂ, ਬਖੂਬੀ ਨਿਭਾਉਣੀਆਂ ਵੀ ਚਾਹੀਦੀਆਂ। ਤੁਹਾਨੂੰ ਖੁਸ਼ੀ ਮਿਲੇਗੀ ਉਹਦੇ 'ਚ, ਤੇ ਉਹ ਨਿਭਾਉਣ ਲਈ ਸਾਨੂੰ ਹੋਰ ਸ਼ਕਤੀਸ਼ਾਲੀ ਬਣਨਾ। ਕੁਛ ਚੀਜ਼ਾਂ ਬੜੀਆਂ ਅਹਿਮ ਨੇ ਤਣਾਅ ਦੀ ਗੱਲ ਦੇ ਵਿੱਚ। ਸਭ ਤੋਂ ਪਹਿਲਾਂ ਤੁਸੀਂ ਆਪਣੇ ਟਾਈਮ ਨੂੰ ਕਿੰਨਾ ਵਧੀਆ ਮੈਨੇਜ ਕਰ ਰਹੇ ਹੋ। ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਕਿਉਂਕਿ ਸਾਰਾ ਕੁਛ ਜਿੰਨੀਆਂ ਵੀ ਅਸੀਂ ਗੱਲਾਂ ਕੀਤੀਆਂ ਇਹ ਐਂਡ ਵਿੱਚ 24 ਘੰਟੇ 'ਚ ਹੀ ਹੋਣੀਆਂ ਇੱਕ ਦਿਨ ਦੇ। ਦੂਸਰੀ ਗੱਲ ਤੁਸੀਂ ਇਹ ਦੇਖੋ, ਮੈਨੂੰ ਇੰਪੋਰਟੈਂਟ ਕੀ ਆ, ਮੇਰੇ ਲਈ ਜ਼ਰੂਰੀ ਕੀ ਆ। ਪ੍ਰਾਇੋਰਟੀ ਬਹਿ ਕੇ ਆਪਣੀ ਇਹ ਲਿਸਟ ਜ਼ਰੂਰ ਬਣਾਓ। ਇੱਕ ਤਾਂ ਟੂ ਡੂ ਲਿਸਟ ਬਣਾਓ, ਮੈਂ ਕੀ ਕਰਨਾ, ਤਾਂ ਕਿ ਤਣਾਅ ਉੱਥੋਂ ਬਹੁਤ ਹੁੰਦਾ ਜਦੋਂ ਇੱਕਦਮ ਯਾਦ ਆ ਜਾਏ, ਉਹ ਫਲਾਣੀ ਚੀਜ਼ ਕਰਨੀ ਸੀ, ਉਹਦੀ ਤਾਂ ਕੱਲ ਡੇਟ ਹੈਗੀ, ਇੱਕਦਮ ਸਟ੍ਰੈਸ ਵੱਧ ਜਾਂਦੀ ਬੰਦੇ। ਜੇ ਤੁਹਾਡਾ ਸਿਸਟਮ ਅੱਛਾ, ਉਹ ਤੁਹਾਡੀਆਂ ਸਟ੍ਰੈਸਸ ਦੂਰ ਹੋ ਜਾਣਗੀਆਂ। ਆਪਣੇ ਆਸ-ਪਾਸ ਹੋਰ ਲੋਕਾਂ ਨੂੰ ਟ੍ਰੇਨ ਕਰੋ ਕਿ ਕੁਝ ਤੁਸੀਂ ਇਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਦੇ ਸਕੋ, ਵੰਡ ਸਕੋ। ਟੀਮ ਵਰਕ 'ਚ ਬਿਲੀਵ ਕਰੋ। ਇਹ ਜ਼ਰੂਰੀ ਨਹੀਂ ਸਾਰਾ ਕੁਝ ਤੁਸੀਂ ਖੁਦ ਹੀ ਕਰਨਾ, ਆਪਣੀਆਂ ਡਿਊਟੀਆਂ ਵੰਡਣ ਦੀ ਵੀ ਜਿਹੜੀ ਆਦਤ ਪਾਓ। ਤੀਸਰੀ ਚੀਜ਼ ਇਹ ਬਹੁਤ ਜ਼ਰੂਰੀ ਹੈ ਕਿ ਮੇਰੇ ਲਈ ਜ਼ਿੰਦਗੀ ਜ਼ਰੂਰੀ ਕੀ ਆ। ਸਾਰਾ ਕੁਝ ਜ਼ਰੂਰੀ ਨਹੀਂ ਹੋ ਸਕਦਾ। ਇੱਕ ਲਿਸਟ ਤੁਹਾਡੀ ਬਹੁਤ ਜ਼ਰੂਰੀ ਹੈ ਪ੍ਰਾਇੋਰਟੀ ਦੀ। ਜੇ ਮੇਰੇ ਲਈ ਸਿਹਤ ਜ਼ਰੂਰੀ ਹੈ, ਤੇ ਮੈਂ ਬਾਕੀ ਹੋਰ ਕਿਹੜੀਆਂ 2 ਚੀਜ਼ਾਂ ਜਿਨ੍ਹਾਂ ਨੂੰ ਮੈਂ ਨਜ਼ਰਅੰਦਾਜ਼ ਕਰ ਸਕਦਾ ਜੀ। ਜੇ ਮੇਰੇ ਲਈ ਖੁਸ਼ੀ, ਅੰਦਰੂਨੀ ਖੁਸ਼ੀ ਜ਼ਰੂਰੀ ਹੈ, ਮੈਂ ਹੋਰ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਮੈਂ ਨਜ਼ਰਅੰਦਾਜ਼ ਕਰ ਸਕਦਾ। ਜੇ ਪ੍ਰਾਇੋਰਟੀ ਤੁਹਾਡੀ ਗਲਤ ਹੈ,
ਤੁਹਾਡੇ ਨਤੀਜੇ ਗਲਤ ਹੋਣਗੇ। ਜੀ। ਜੇ ਪ੍ਰਾਇੋਰਟੀ ਹੀ ਕੇਵਲ ਦਿਖਾਵਾ ਹੈ ਜਾਂ ਸ਼ੋ ਆਫ ਹੈ ਜਾਂ ਫੁਕਰਾ ਪ੍ਰਸਤੀ ਹੈ ਤੇ ਫਿਰ ਉਹ ਤੁਹਾਡੀ ਸਾਰੀ ਜ਼ਿੰਦਗੀ ਉਹਨੂੰ ਪੂਰਾ ਕਰਨ 'ਚ ਹੀ ਨਿਕਲੇਗੀ। ਜੀ। ਠੀਕ ਹੈ ਜੀ। ਹੋਰ ਆਈ ਥਿੰਕ ਜਿਹੜੀਆਂ ਬੜੀ ਇੰਪੋਰਟੈਂਟ ਚੀਜ਼ਾਂ ਨੇ ਆਪਣੇ ਆਪ ਨੂੰ ਖੁਦ ਨੂੰ ਸ਼ਕਤੀਸ਼ਾਲੀ ਬਣਾਉਣ ਨੂੰ, ਫਿਜ਼ੀਕਲ ਐਕਸਰਸਾਈਜ਼। ਜੇ ਅਸੀਂ ਮੂਡ ਠੀਕ ਨਹੀਂ ਹੈ ਕਿਸੇ ਦਾ, ਡਿਪਰੈਸ਼ਨ 'ਚ ਹੈ ਕੋਈ ਬੰਦਾ ਜਾਂ ਤਣਾਅ 'ਚ ਆ, ਕਈ ਵਾਰੀ ਮੈਨੂੰ ਵੀ ਇੱਦਾਂ ਕਈ ਦਿਨ ਮਹਿਸੂਸ ਹੁੰਦਾ ਕਿ ਅੱਜ ਮਤਲਬ ਕਾਫੀ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਕੰਮ ਸੀਗੇ ਕਰਨ ਵਾਲੇ, ਜਾਂ ਮੈਂ ਵੀ ਸਟ੍ਰੈਸ ਤੋਂ ਨਿਕਲਦਾ, ਫਿਰ ਮੈਂ ਜਿਮ ਜਾਂਦਾ ਆਪਣੇ ਜਾਂ ਰਨਿੰਗ ਲਈ ਜਾਂਦਾ ਜਾਂ ਕਿਸੇ ਚੀਜ਼ ਲਈ ਵੀ ਜਾਂਦਾ, ਤੁਸੀਂ ਬੈਟਰ ਫੀਲ ਕਰਦੇ ਹੋ। ਜੀ। ਸੋ ਫਿਜ਼ੀਕਲ ਐਕਸਰਸਾਈਜ਼ ਇੱਕ ਇੱਦਾਂ ਦੀ ਸਾਨੂੰ ਬਖਸ਼ਿਸ਼ ਹੈ ਕਿ ਇਹਦੇ 'ਚ ਸਾਡੀ ਬੋਡੀ 'ਚ ਪੋਜ਼ੀਟਿਵ ਹਾਰਮੋਨਸ ਰਿਲੀਜ਼ ਹੁੰਦੇ, ਅਸੀਂ ਬੈਟਰ ਫੀਲ ਕਰਦੇ ਹਾਂ, ਚਾਹੇ ਉਹ ਵੇਟਸ ਨਾ ਹੋਏ, ਸਪੋਰਟਸ ਨਾ ਹੋਏ, ਜਿੱਦਾਂ ਵੀ ਹੋਏ, ਇਹਦੇ ਲਈ ਸਮਾਂ ਜ਼ਰੂਰ ਕੱਢੋ। ਚੌਥਾ ਬੜੀ ਇੰਪੋਰਟੈਂਟ ਚੀਜ਼ ਇਹ ਹੈ ਕਿ ਆਪਣੀ ਬੋਡੀ ਦੀ ਨੂੰ ਸੁਣੋ। ਸਾਡੇ 'ਚ ਅੰਦਰ ਨਾ ਬਿਲਟ ਇਨ ਫੀਡਬੈਕ ਸਿਸਟਮ ਹੈਗਾ। ਜੀ। ਜੇ ਅਸੀਂ ਕੋਈ ਗਲਤ ਖੁਰਾਕ ਖਾ ਰਹੇ ਹਾਂ ਜਾਂ ਗਲਤ ਤਰੀਕੇ ਨਾਲ ਜ਼ਿੰਦਗੀ ਜੀ ਰਹੇ ਹਾਂ, ਤੁਹਾਡਾ ਫੀਡਬੈਕ ਸਿਸਟਮ ਤੁਹਾਨੂੰ ਦੱਸੇਗਾ ਕਿ ਇਹ ਸਹੀ ਨਹੀਂ ਹੈ ਤੇਰੇ ਲਈ। ਤੇ ਆਈ ਥਿੰਕ ਉਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਸਾਨੂੰ ਬੰਦ ਕਰ ਦੇਣਾ ਚਾਹੀਦਾ। ਤੇ ਜਦੋਂ ਅਸੀਂ ਬੰਦ ਕਰਾਂਗੇ, ਨੈਚੁਰਲੀ ਸਾਡੀ ਬੋਡੀ ਰਿਟਰਨ ਕਰੇਗੀ ਟੂ ਅ ਨੈਚੁਰਲ ਸਟੇਟ। ਮੈਂ ਨੈਚੁਰਲ ਸਟੇਟ ਇਸ ਕਰਕੇ ਕਹਿ ਰਿਹਾ, ਫਿਰ ਉਹ ਬੱਚੇ ਦੀ ਗੱਲ ਕਰ ਲੈਂਦੇ ਹਾਂ। ਜੀ। ਉਹ ਨੈਚੁਰਲ ਸਟੇਟ 'ਚ ਇਨਸਾਨ ਸਟ੍ਰੈਸਡ ਨਹੀਂ ਸੀ ਆਇਆ, ਹੱਸਦਾ ਖੇਡਦਾ ਮੌਜ ਮਸਤੀ ਕਰਦਾ ਆਇਆ ਸੀ। ਠੀਕ ਹੈ ਜੀ। ਸੋ ਸੁਭਾਵਿਕ ਸਟੇਟ ਸਾਡੀ ਉਹ ਹੈ। ਬਾਕੀ ਜਿਹੜੀ ਦੂਸਰੀ ਹੈ ਸਾਡੀ ਬਣਾਈ ਹੋਈ ਹੈ। ਜੀ। ਠੀਕ ਹੈ ਜੀ। ਤੇ ਇਸ ਕਰਕੇ ਇਹ ਅਸੀਂ ਦੇਖੀਏ ਕਿਹੜੇ ਫੈਕਟਰਸ ਆ ਜਿਹੜੇ ਇਸ ਚੀਜ਼ ਨੂੰ ਵਧਾ ਰਹੇ ਆ, ਫਿਰ ਆਪਣਾ ਤਰੀਕਾ ਲੱਭੋ, ਆਪਣੇ ਡਾਕਟਰ ਆਪ ਬਣੋ। ਕਹਿਣ ਦਾ ਭਾਵ ਕਿਹੜੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ। ਜੀ। ਜੇ 10 ਮਿੰਟ ਤੁਹਾਨੂੰ ਬਾਹਰ ਜਾ ਕੇ ਬੂਟਿਆਂ ਦੇ ਨਾਲ ਟਾਈਮ ਜਾਂ ਘਰ 'ਚ ਕੋਈ ਤੁਸੀਂ ਪੈਟ ਰੱਖਿਆ, ਕੋਈ ਡੌਗ ਰੱਖਿਆ, ਉਹਦੇ ਨਾਲ ਤੁਹਾਨੂੰ ਖੇਡ ਕੇ ਖੁਸ਼ੀ ਮਿਲ ਰਹੀ ਹੈ, ਤੁਸੀਂ ਉਹ ਕਰੋ। ਤੁਹਾਨੂੰ ਜਿਮ ਜਾ ਕੇ ਮਿਲ ਰਹੀ, ਤੁਹਾਨੂੰ ਤੁਸੀਂ ਸੰਗੀਤ ਦੀ ਗੱਲ ਕੀਤੀ, ਮਿਊਜ਼ਿਕ ਲਗਾ ਕੇ ਤੁਹਾਨੂੰ ਡਾਂਸ ਕਰਕੇ ਤੁਹਾਡਾ ਮੂਡ ਬੈਟਰ ਹੋ ਰਿਹਾ, ਉਹ ਕਰੋ। ਸਾਈਕਲਿੰਗ ਜਾ ਕੇ ਹੋ ਰਿਹਾ। ਇਹਨਾਂ ਚੀਜ਼ਾਂ ਇਹ ਬਹੁਤ ਜ਼ਰੂਰੀ ਨੇ ਬੈਲੈਂਸ ਲਿਆਉਣ ਲਈ। ਅਸੀਂ ਆਪਣੀਆਂ ਗੱਡੀਆਂ ਦੀ ਸਰਵਿਸਿੰਗ ਕਰਾਉਂਦੇ ਆ। ਜੀ। ਉਹ ਫੋਨ ਆ ਜਾਂਦਾ 6 ਮਹੀਨੇ ਬਾਅਦ, ਜੀ ਤੁਹਾਡੀ ਸਰਵਿਸ ਡਿਊ ਹੈ, ਹਾਂਜੀ ਇਹਦਾ ਤੇਲ ਆਇਲ ਚੇਂਜ ਹੋਣ ਵਾਲਾ। ਅਸੀਂ ਗੱਡੀ ਖਾਲੀ ਹੋਏ ਨੂੰ ਪੈਟਰੋਲ ਪੰਪ ਲੈ ਕੇ ਜਾਂਦੇ ਆ, ਤੇਲ ਭਰਾਉਂਦੇ ਆ। ਜੀ। ਕਦੀ ਕਿਸੇ ਸ਼ਖਸ ਨੂੰ ਵੇਖਿਆ ਹੋ ਕਿ ਗੱਡੀ ਨੂੰ ਕੁੱਟਣ ਡਿਆ ਹੋਇਆ ਕਿ ਬਈ ਖਾਲੀ ਕਿਉਂ ਹੋ ਗਈ ਹਾਂਜੀ, ਉਹ ਕਹਿੰਦਾ ਵੀ ਇਹਦਾ ਮੀਟਰ ਹੈ ਜਿਹੜਾ ਐਮਟੀ ਤੇ ਹੈ, ਇਹਨੂੰ ਹੁਣ ਫਿਲ ਕਰਨਾ। ਜੀ। ਕਈ ਵਾਰੀ ਸਾਡਾ ਵੀ ਟੈਂਕ ਐਮਟੀ ਤੇ ਹੋ ਜਾਂਦਾ, ਸੁਭਾਵਿਕ ਆ। ਅਸੀਂ ਆਪਣਾ ਟੈਂਕ ਫੁੱਲ ਕਰਨਾ। ਉਹ ਚਾਹੇ ਨਿਤਨੇਮ ਚ ਬਣਾਓ, ਤੁਸੀਂ ਆਪਣਾ ਕੋਈ ਰੂਟੀਨ ਬਣਾਓ, ਚਾਹੇ ਮੈਡੀਟੇਸ਼ਨ ਦੇ ਥਰੂ ਹੈ, ਰਸਤਾ ਜੋ ਤੁਹਾਡੇ ਲਈ ਸੂਟੇਬਲ ਆ ਉਹ ਲੱਭੋ, ਜਿਹੜਾ ਤੁਹਾਡੇ ਲਈ ਵਰਕ ਕਰ ਰਿਹਾ। ਜੀ। ਕਈ ਵਾਰ ਮੈਨੂੰ ਸ਼ਾਮ ਨੂੰ ਹੁੰਦਾ, ਮੈਂ ਕਿਚਨ ਚ ਮੈਂ ਦੱਸ ਦੇਣਾ ਵੀ ਆਹ ਚੀਜ਼ਾਂ ਇਕੱਠੀਆਂ ਕਰ ਦੋ, ਅੱਜ ਮੈਂ ਕੁਕਿੰਗ ਕਰਨੀ ਹੈ, ਮੈਨੂੰ ਉਹਦੇ ਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਰੋਜ਼ ਨਹੀਂ, ਰੋਜ਼ਾਨਾ ਨਹੀਂ। ਰੋਜ਼ਾਨਾ ਵਾਲੀ ਗੱਲ ਡਿਫਰੈਂਟ ਹੁੰਦੀ ਹੈ, ਪਰ ਕੁਝ ਚੀਜ਼ਾਂ ਰੋਜ਼ਾਨਾ ਵੀ ਕਰਨੀਆਂ ਪੈਂਦੀਆਂ ਨੇ ਤੇ ਉਹਨਾਂ ਵਿੱਚ ਵੀ ਖੁਸ਼ੀ ਲੱਭੋ ਕਿ ਆਖਿਰ ਜੇ ਕਰਨਾ ਹੀ ਆ ਤੇ ਮੈਂ ਕੋਸ਼ਿਸ਼ ਕਰਾਂ ਮੈਂ ਮੁਸਕਰਾਉਂਦੇ ਹੋਏ ਕਿਉਂ ਨਾ ਕਰਾਂ। ਕਈ ਵਾਰ ਇਹ ਹੁੰਦਾ ਕਿ ਮੈਂ ਆਪ ਸਟ੍ਰੈਸ 'ਚ ਹੋਵਾਂਗਾ, ਪਰ ਮੇਰੇ ਆਸ-ਪਾਸ ਕੋਈ ਹੋਰ ਬੰਦਾ ਬੜਾ ਖੁਸ਼ ਜਿਹਾ ਸੀਗਾ ਤੇ ਥੋੜੇ ਟਾਈਮ ਤੱਕ ਮੇਰੀ ਸਟ੍ਰੈਸ ਵੀ ਦੂਰ ਹੋ ਜਾਂਦੀ ਹੈ। ਜੀ। ਅੱਜ ਜੇ ਮੈਂ ਗਿਫਟ ਕਿਸੇ ਹੋਰ ਨੂੰ ਦੇ ਸਕਾਂ, ਜੇ ਮੈਂ ਖੁਸ਼ ਪਹੁੰਚਿਆ, ਮੇਰੇ ਆਸ-ਪਾਸ 3 ਬੰਦੇ ਬੜੇ ਤਣਾਅ 'ਚ ਸੀਗੇ, ਮੈਂ ਉਹਨਾਂ ਦੀ ਸਟ੍ਰੈਸ ਘਟਾਤੀ ਥੋੜੀ ਜੀ ਤੇ ਬੈਟਰ ਹੈ, ਹੋ ਸਕਦਾ ਕੱਲ ਗਿਫਟ ਮੈਨੂੰ ਵਾਪਸ ਆ ਜਾਵੇ। ਇਦਾਂ ਹੀ ਅਸੀਂ ਇੱਕ ਅੱਛਾ ਮਾਹੌਲ ਕਿਸੇ ਕੰਪਨੀ, ਕਿਸੇ ਸੰਸਥਾ ਦਾ ਇਦਾਂ ਹੀ ਮਾਹੌਲ ਬਣਾਉਂਦੇ ਹਾਂ ਤੇ ਜੇ ਸਾਰੇ ਇੱਕ ਦੂਜੇ ਦੀ ਟੰਗ ਖਿੱਚਣ 'ਚ ਬਿਜ਼ੀ ਨੇ ਤੇ ਫਿਰ ਤੇ ਤਣਾਅ ਨੈਚੁਰਲੀ ਹੋਏਗਾ। ਸੋ ਉਹਦੀ ਜਗ੍ਹਾ ਇਹ ਕੋਸ਼ਿਸ਼ ਕਰੋ ਕਿ ਅਸੀਂ ਇੱਕ ਦੂਜੇ ਨੂੰ ਕਿੱਦਾਂ ਇੱਕ ਦੂਸਰੇ ਦਾ ਭਾਰ ਘਟਾ ਸਕਦੇ ਹਾਂ। ਜੀ। ਇਹਨਾਂ ਲੋਕਾਂ ਦੀ ਕਮੀ ਹੈ ਸੰਸਾਰ 'ਚ। ਬਿਲਕੁਲ। ਤੁਸੀਂ ਸਟ੍ਰੈਸ ਦੇ ਨੁਕਸਾਨ ਤੇ ਦੱਸੇ ਆ, ਕੀ ਤਣਾਅ ਦੇ ਕੋਈ ਫਾਇਦੇ ਵੀ ਹੈ ਕਿ ਆਪਾਂ ਤਣਾਅ ਦੇ ਵਿੱਚ ਕੁਝ ਜ਼ਿਆਦਾ ਵੀ ਕਰ ਜਾਂਦੇ ਆ ਕੰਮ? ਅਸੀਂ ਤਣਾਅ ਦੇ ਵਿੱਚ ਸਭ ਤੋਂ ਪਹਿਲੇ ਤੇ ਸ਼ਕਤੀਸ਼ਾਲੀ ਬਣਦੇ ਹਾਂ ਜੀ, ਸਟਰੋਂਗ ਬਣਦੇ ਹਾਂ। ਸਾਨੂੰ ਉਹਦੇ ਨਾਲ ਡੀਲ ਕਰਨਾ ਆਉਂਦਾ। ਕੋਈ ਮੈਂ ਪਹਿਲੀ ਵਾਰੀ ਦੂਰਦਰਸ਼ਨ ਆਇਆ ਸੀ ਤੇ ਮੈਂ ਤਣਾਅ 'ਚ ਸੀਗਾ ਕਿ ਪਹਿਲੀ ਵਾਰੀ ਕੈਮਰੇ ਅੱਗੇ ਬਹਿਣਾ ਤੇ ਲਾਈਵ ਪ੍ਰੋਗਰਾਮ ਕਰਨਾ। ਹੁਣ ਮੈਂ 10-12 ਬੰਦ ਕਾਫੀ ਵਾਰੀ ਆ ਚੁੱਕਾ ਤੇ ਉਹਦੇ ਕਰਕੇ ਮੈਨੂੰ ਉਹ ਤਣਾਅ ਮਹਿਸੂਸ ਨਹੀਂ ਹੁੰਦਾ। ਸੋ ਤਣਾਅ ਸਾਡਾ ਇੱਕ ਸਿਗਨਲ ਹੈ ਕਿ ਮੈਂ ਕੁਝ ਨਵਾਂ ਕਰਨ ਜਾ ਰਿਹਾ, ਕੁਝ ਇੰਪੋਰਟੈਂਟ ਕਰਨ ਜਾ ਰਿਹਾ। ਉਸ ਤੋਂ ਬਾਅਦ ਮੈਂ ਜਦੋਂ ਉਹ 'ਚੋਂ ਨਿਕਲਦਾ ਤੇ ਮੈਂ ਐਕਸਪੀਰੀਅੰਸ ਲੈ ਕੇ ਨਿਕਲਦਾ ਤੇ ਮੈਂ ਸਟਰੋਂਗ ਬਣਦਾ। ਸੋ ਇਸ ਕਰਕੇ ਤਣਾਅ ਤੋਂ ਭੱਜੋ ਨਾ। ਤੇ ਤਣਾਅ ਦੀ ਜਿਹੜੀ ਆਪਟੀਮਮ ਲੈਵਲ ਬੜੀ ਜ਼ਰੂਰੀ ਹੈ। ਇਹਨੂੰ ਜਿਹੜੇ ਰਿਸਰਚਰਸ ਨੇ ਉਹਨੂੰ ਬੈਲ ਕਰਵ ਕਹਿੰਦੇ। ਬੈਲ ਕਰਵ ਜਾਂ ਇਦਾਂ ਘੰਟੀ ਵਾਂਗੂ ਇੱਕ ਬੈਲ ਕਰਵ। ਸੋ ਇੱਕ ਸਟੇਜ ਇਹਦੀ ਜੇ ਬਿਲਕੁਲ ਵੀ ਤਣਾਅ ਨਾ ਹੋਏ, ਇਨਸਾਨ ਪਰਫਾਰਮ ਨਹੀਂ ਕਰੇਗਾ, ਆਲਸੀ ਬਣ ਜਾਏਗਾ। ਫਿਰ ਇੱਕ ਰਾਈਟ ਆਪਟੀਮਮ ਸਟੇਜ ਹੁੰਦੀ ਹੈ ਜਿਹਦੇ ਤੇ ਉਹਦੀ ਪੀਕ ਪਰਫਾਰਮੈਂਸ ਆਉਂਦੀ ਹੈ, ਆਪਣਾ ਬੈਸਟ ਦੇ ਪਾਉਂਦਾ। ਕਿਸੇ ਸਪੋਰਟਸ ਪਰਸਨ ਨੂੰ ਦੇਖ ਲਓ, ਜੇ ਸਪੋਰਟਸ ਪਰਸਨ ਬਿਲਕੁਲ ਜ਼ੀਰੋ ਤਣਾਅ ਰੈਡੀ ਨਹੀਂ ਹੋ ਕੇ ਗਿਆ, ਵਾਰਮ ਅਪ ਨਹੀਂ ਕਰਕੇ ਗਿਆ, ਉਹ ਪਰਫਾਰਮ ਨਹੀਂ ਕਰ ਪਾਏਗਾ। ਫਿਰ ਉਹਦਾ ਇੱਕ ਸਹੀ ਲੈਵਲ ਹੁੰਦਾ ਜਿੱਥੇ ਐਨ ਉਹ ਪੀਕ ਤੇ ਪਰਫਾਰਮ ਕਰਦਾ। ਇਹਦਾ ਵਿਰਾਟ ਕੋਹਲੀ ਨੇ ਪਿੱਛੇ ਜੇ ਮੈਚ ਵਿੱਚ ਕੀਤਾ ਪਰਫਾਰਮ। ਪਰ ਇੱਕ ਹੋਰ ਸਟੇਜ ਹੈ ਕਿ ਜਦੋਂ ਫਿਰ ਉਹਦਾ ਸਟ੍ਰੈਸ ਲੈਵਲ ਹੋਰ ਵੱਧ ਜਾਂਦਾ, ਉਹ ਖਾਸ ਕਰਾਊਡ ਵੱਲ ਦੇਖ ਰਿਹਾ, ਇੱਕ ਹੋਰ ਚੀਜ਼ਾਂ ਉਹਦੇ ਮਨ 'ਚ ਚੱਲ ਰਹੀਆਂ ਨੇ, ਫਿਰ ਉਹਦੀ ਪਰਫਾਰਮੈਂਸ, ਉਹ ਗਲਤੀਆਂ ਕਰਨੀਆਂ ਸ਼ੁਰੂ ਕਰ ਦੇਗਾ, ਪਰਫਾਰਮੈਂਸ ਡਿਪ ਹੋਣੀ ਸ਼ੁਰੂ ਹੋ ਜਾਏਗੀ। ਸੋ ਰਾਈਟ ਲੈਵਲ ਕੀ ਹੈ? ਤਣਾਅ ਬਿਲਕੁਲ ਸਹੀ ਮਾਤਰਾ ਦੇ ਵਿੱਚ ਸਾਡੇ ਲਈ ਫਾਇਦੇਮੰਦ ਹੈ। ਤੁਹਾਡੇ ਸਵਾਲ ਦਾ ਜਵਾਬ ਇਹ, ਸਾਨੂੰ ਸ਼ਕਤੀਸ਼ਾਲੀ ਬਣਾਉਂਦਾ, ਸਾਨੂੰ ਤਾਕਤਵਰ ਬਣਾਉਂਦਾ
ਤੇ ਸਾਨੂੰ ਅਗਲੀ ਵਾਰੀ ਉਹ ਚੀਜ਼ ਕਰਨ 'ਚ ਇੰਨੀ ਝਿਜਕਾਹਟ ਨਹੀਂ ਮਹਿਸੂਸ ਹੁੰਦੀ ਜੀ। ਤੇ ਜਿਹੜਾ ਇੱਕ ਓਵਰ ਕੌਨਫੀਡੈਂਸ ਵੀ ਹੋ ਜਾਂਦਾ ਹੈ, ਉਹ ਕਿੰਨਾ ਕੁ ਸਹੀ ਹੈ? ਉਹ ਤੇ ਨੁਕਸਾਨ ਹੀ ਹੈ ਜੀ, ਨੁਕਸਾਨ ਹੀ ਜੀ। ਔਰ ਹੁਣ ਸਾਨੂੰ ਇਹ ਦੱਸੋ ਕਿ ਤੁਸੀਂ ਸਾਨੂੰ ਦੱਸਿਆ ਕਿ ਤਣਾਅ ਮੁਕਤ ਕਿਵੇਂ ਰਹਿਣਾ ਹੈ, ਤੇ ਕੁਝ ਹੋਰ ਇਹੋ ਜਿਹੇ ਤਰੀਕੇ ਜਿਨ੍ਹਾਂ ਦੇ ਨਾਲ, ਯਾਨੀ ਜਿਨ੍ਹਾਂ ਨੂੰ ਆਪਾਂ ਟਿਪਸ ਕਹਿ ਸਕਦੇ ਹਾਂ, ਉਹ ਕਿਹੜੇ ਨੇ ਫਟਾਫਟ ਵਾਲੇ ਟਿਪਸ ਜਿਹੜੇ ਆ ਕਿ ਕਿਸ ਤਰ੍ਹਾਂ ਆਪਾਂ ਤਣਾਅ ਮੁਕਤ ਰਹਿਣਾ ਹੈ, ਟੈਨਸ਼ਨ ਭਜਾਣੀ ਹੈ ਆਪਣੀ ਲਾਈਫ ਦੇ ਵਿੱਚੋਂ, ਕਿਹੜੀਆਂ ਪ੍ਰੋਬਲਮਸ ਜਿਹੜੀਆਂ ਅਸੀਂ ਅੱਜ ਜੀ ਰਹੇ ਹਾਂ ਪ੍ਰੋਬਲਮਸ ਨਾਲ? ਕੋਸ਼ਿਸ਼ ਕਰਕੇ ਦਿਨ 'ਚ 5-5 ਮਿੰਟ ਦੇ ਵਕਫੇ 3 ਵਾਰੀ ਕੱਢ ਲਓ ਜੀ। 5 ਮਿੰਟ ਸਵੇਰੇ, 5 ਮਿੰਟ ਦੁਪਹਿਰੇ, 5 ਮਿੰਟ ਸ਼ਾਮ ਨੂੰ। 5-5 ਮਿੰਟ ਜ਼ਿਆਦਾ ਨਹੀਂ, ਜ਼ਿਆਦਾ ਹੋਏ ਤਾਂ ਬਹੁਤ ਅੱਛਾ। ਜਦੋਂ ਤੁਸੀਂ ਆਪਣੇ ਜੋ ਵੀ ਕੰਮ ਕਰ ਰਹੇ ਹੋ ਉੱਤੇ ਪਰੇ ਹਟ ਕੇ ਇਕਾਂਤ ਵਿੱਚ, ਇਕਾਂਤ ਬਹੁਤ ਜ਼ਰੂਰੀ ਹੈ, ਇਕਾਂਤ ਵਿੱਚ ਬੈਠ ਕੇ ਤੁਸੀਂ ਭਾਵੇਂ ਸਿਰਫ ਡੀਪ ਬਰੀਥਿੰਗ ਕਰ ਲਓ, ਜਿਹਦੇ ਨਾਲ ਤੁਹਾਡੀ ਬਾਡੀ ਥੋੜੀ ਜੀ ਰੈਸਟਫੁਲ ਸਟੇਟ 'ਚ ਆ ਜਾਏ। ਉਹ 5 ਮਿੰਟ ਵਿੱਚ, ਜਿੱਦਾਂ ਮੈਂ ਸ਼ੁਕਰਗੁਜ਼ਾਰੀ ਦੀ ਅੱਗੇ ਗੱਲ ਕੀਤੀ, ਇਹਨੂੰ ਗ੍ਰੈਟੀਟਿਊਡ ਐਕਸਰਸਾਈਜ਼ ਕਹਿੰਦੇ ਆ। ਨਾਮ ਨਵੇਂ ਆ ਗਏ, ਚੀਜ਼ਾਂ ਪੁਰਾਣੀਆਂ ਹੀ ਨੇ ਮਨ 'ਚ। ਜਿੱਦਾਂ ਮੈਂ ਦਿਨ ਦੀ ਸ਼ੁਰੂਆਤ ਹਮੇਸ਼ਾ ਹੀ ਬੈੱਡ 'ਚ ਹੀ ਲੇਟਿਆ ਹੁੰਦਾ, ਤੇ ਪਹਿਲੇ ਹੀ ਸ਼ੁਰੂਆਤ ਇੱਥੇ ਕਰ ਲੈਂਦਾ ਵੀ ਮੇਰੀ ਲਾਈਫ 'ਚ ਸਹੀ ਕੀ ਚੱਲ ਰਿਹਾ ਮਾਈਂਡ 'ਚ। ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਮਾਈਂਡ 'ਚ ਉਹਨੂੰ ਰਿਪੀਟ ਕਰਨਾ ਸ਼ੁਰੂ ਕਰ ਦਿਓ, ਕਿਹੜੀ ਚੀਜ਼ਾਂ ਸਹੀ। ਮੇਰੀ ਸਿਹਤ ਠੀਕ ਚੱਲ ਰਹੀ ਹੈ, ਸ਼ੁਕਰ ਹੈ। ਫਲਾਣ ਚੀਜ਼ ਹੋਰ ਠੀਕ ਹੋਈ, ਸ਼ੁਕਰ ਹੈ। ਫੋਨ ਨਾ ਚੁੱਕੋ ਇਮੀਡੀਏਟਲੀ ਉੱਠਦੇ ਸਾਰ। ਤੁਸੀਂ ਥੋੜਾ ਜਿਹਾ ਅਲਾਰਮ ਵੀ ਲੱਗਿਆ ਫੋਨ ਤੇ, ਅਲਾਰਮ ਨੂੰ ਬੰਦ ਕਰਨ ਤੋਂ ਬਾਅਦ ਫੋਨ ਨੂੰ ਬੈੱਡ ਤੋਂ ਦੂਰ ਰੱਖ ਕੇ ਸੋਵੋ, ਤੇ ਸਵੇਰੇ ਅੱਧਾ ਘੰਟਾ 1 ਘੰਟਾ ਪਹਿਲੇ ਫੋਨ ਨਾ ਚੁੱਕੋ ਜੀ। ਕਿਉਂਕਿ ਜਿਹੜੇ ਵੀ ਮਾਧਿਅਮ ਨੂੰ ਜਿਹੜੀ ਵੀ ਖਬਰ ਆਣੀ ਆ, ਉਹ ਜ਼ਰੂਰੀ ਨਹੀਂ ਹੈ ਚੰਗੀ ਹੋਏ। ਜ਼ਿਆਦਾਤਰ ਉਹ ਮਾੜੀਆਂ ਖਬਰਾਂ ਹੀ ਹੁੰਦੀਆਂ ਜਿਹੜੀਆਂ ਫਟਾਫਟ ਘੁੰਮਦੀਆਂ ਜੀ। ਉਹਨਾਂ 'ਚੋਂ 90% ਸਹੀ ਵੀ ਨਹੀਂ ਹੁੰਦੀਆਂ। ਪਰ ਤੁਹਾਡੀ ਦਿਨ ਦੀ ਸ਼ੁਰੂਆਤ ਤੁਸੀਂ ਸਵੇਰੇ ਐਨ ਵਧੀਆ ਬ੍ਰੇਕਫਾਸਟ ਕਰਦੇ ਹੋ, ਸਿਲੈਕਟ ਕਰਕੇ ਕਰਦੇ ਹੋ, ਠੀਕ ਹੈ। ਸਰੀਰ ਦਾ ਭੋਜਨ ਬੜਾ ਸਿਲੈਕਟ ਕਰਕੇ ਕਰਦੇ ਆ। ਪਰੌਂਠੇ ਬਣਿਆ ਜੀ, ਫਲਾਣ ਬਣਿਆ ਜੀ, ਆਹ ਸੈਂਡਵਿਚ ਬਣਿਆ ਜੀ। ਦਿਮਾਗ ਦਾ ਭੋਜਨ ਅਸੀਂ ਕਚਰਾ ਚੁੱਕ ਕੇ ਪਾਤਾ, ਇਹ ਗੱਲ ਨਹੀਂ ਬਣੀ। ਤੇ ਉਹ ਕਚਰਾ ਨਹੀਂ ਪਾਣਾ, ਅਸੀਂ ਇਹਨੂੰ ਫੋਨ ਨੂੰ ਦੂਰ ਰੱਖ ਕੇ ਭਾਵੇਂ 5-10 ਮਿੰਟ ਦਾ ਇੱਕ ਤੁਹਾਡਾ ਰੂਟੀਨ ਬਣ ਜਾਏਗਾ। ਅਗਲੀ ਚੀਜ਼ ਜਿਹੜੀ ਕਿ ਆਪਣਾ ਦਿਨ ਕਿੱਦਾਂ ਦਾ ਤੁਸੀਂ ਕੱਢਣਾ ਚਾਹੁੰਦੇ ਹੋ, ਉਹਨੂੰ ਵਿਜ਼ੂਅਲਾਈਜ਼ ਕਰੋ। ਵਿਜ਼ੂਅਲਾਈਜ਼ੇਸ਼ਨ ਤੋਂ ਭਾਵ ਕਿ ਉਹਨੂੰ ਮਨ 'ਚ ਉਹਦੀ ਕਲਪਨਾ ਸ਼ਕਤੀ ਲੈ ਕੇ ਨਾ, ਵੀ ਮੇਰਾ ਦਿਨ ਕਿੱਦਾਂ ਦਾ ਨਿਕਲ ਰਿਹਾ ਅੱਜ, ਮੈਨੂੰ ਪਤਾ ਆਹ ਚੈਲੰਜਸ ਆਣੇ ਆ, ਆਹ ਮੁਸ਼ਕਲਾਂ ਆਲਰੇਡੀ ਮੇਰੇ ਟੇਬਲ ਤੇ ਪਈਆਂ, ਮੈਂ ਸੋਲਵ ਕਰਨੀਆਂ। ਤੇ ਕਲਪਨਾ ਸ਼ਕਤੀ ਬੜੀ ਵੱਡੀ ਚੀਜ਼ ਆ ਜੀ। ਜੇ ਸਪੋਰਟਸ ਪਰਸਨ ਵੀ ਪ੍ਰੈਕਟਿਸ ਕਰਦੇ ਨੇ ਇਹਨੂੰ, ਤਾਂ ਉਹ ਫੀਲਡ 'ਚ ਜਾਣ ਤੋਂ ਪਹਿਲੇ ਮਨ 'ਚ ਪਹਿਲੇ ਸੋਚ ਲੈਂਦੇ ਮੇਰੇ ਸ਼ਾਟ ਕਿੱਦਾਂ ਜਾਣੇ ਆ, ਮੈਂ ਕਿੱਦਾਂ ਗੇਮ ਖੇਡ ਰਿਹਾ। ਤੇ ਫਿਰ ਤੁਹਾਡਾ ਬਾਡੀ ਨਾ ਉਸ ਚੀਜ਼ ਲਈ ਉਹਨੂੰ ਐਕਸਪੈਕਟੇਸ਼ਨ ਚੇਂਜ ਹੋ ਜਾਂਦੀ ਹੈ ਜੀ। ਦੇਖੋ, ਐਕਸਪੈਕਟੇਸ਼ਨ ਬੜੀ ਵੱਡੀ ਚੀਜ਼ ਆ। ਜੇ ਮੇਰੀਆਂ ਐਕਸਪੈਕਟੇਸ਼ਨਸ ਨੈਗੇਟਿਵ ਹੋਣਗੀਆਂ ਜੀ, ਕਿ ਅੱਜ ਇਹ ਚੀਜ਼ ਜਿਹੜੀ ਉਹ, ਅੱਜ ਮੈਂ ਟੀਚਰ ਹਾਂ ਤੇ ਮੈਨੂੰ ਪਤਾ ਮੈਂ ਕਲਾਸ ਜਾਣਾ ਤੇ ਬੱਚਿਆਂ ਨੇ ਮੈਨੂੰ ਤੰਗ ਕਰਨਾ, ਤੁਸੀਂ ਗਲਤ ਐਕਸਪੈਕਟੇਸ਼ਨ ਲੈ ਕੇ ਜਾ ਰਹੇ ਹੋ। ਤੁਸੀਂ 5 ਮਿੰਟ ਲਾ ਕੇ ਆਪਣਾ ਜੋ ਵੀ ਦਿਨ 'ਚ ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਜੇ ਉਹਨੂੰ ਮਾਈਂਡ 'ਚ ਰਨ ਕਰੋ ਵੀ ਸਾਰਾ ਕੁਝ ਵਧੀਆ ਜਾ ਰਿਹਾ, ਤੇ ਉਹ ਇੱਕ ਬੜੀ ਵਧੀਆ ਐਕਸਰਸਾਈਜ਼ ਹੈ ਸਟ੍ਰੈਸ ਨੂੰ ਕੰਟਰੋਲ ਕਰਨ ਦੀ। ਵਿੱਚ ਬ੍ਰੇਕਸ ਲੈ ਕੇ ਤੁਸੀਂ ਕੋਈ ਵੀ ਚੀਜ਼ ਆ ਜਿਹਦੇ ਨਾਲ ਤੁਹਾਡਾ ਮਨ ਥੋੜਾ ਜਿਹਾ ਬੈਟਰ ਫੀਲ ਕਰਦਾ। ਜੇ ਕਾਫੀ ਸਟ੍ਰੈਸ 'ਚੋਂ ਆਏ ਹੋ, ਕਾਮੇਡੀ ਵੀਡੀਓ ਦੇਖ ਲਓ, ਕੁਝ ਹੋਰ ਹਾਸੇ ਵਾਲੀ ਚੀਜ਼ ਦੇਖ ਲਓ, ਇੱਦਾਂ ਜਾ ਕੇ ਫਿਰ ਤੁਸੀਂ ਆਪਣੇ ਕੰਮ ਤੇ ਵਾਪਸ ਚਲ ਜਾਓ। ਸੋ ਕਹਿਣ ਦਾ ਭਾਵ ਇਹ ਕਿ ਆਪਣਾ ਜਿਹੜਾ ਟੈਂਕੀ ਹੈ ਜਿਹੜੀ ਪੋਜ਼ਿਟਿਵ ਫੀਲਿੰਗਸ ਦੀ, ਉਹ ਖਾਲੀ ਨਾ ਹੋਣ ਦਿਓ। ਜਦੋਂ ਉਹ ਖਾਲੀ ਹੁੰਦੀ ਹੈ, ਫਿਰ ਅਸੀਂ ਦੂਜਿਆਂ ਨੂੰ ਪਰੇਸ਼ਾਨ ਸ਼ੁਰੂ ਕਰਦੇ ਹਾਂ। ਤੁਸੀਂ ਇਹ ਚੀਜ਼ ਬੜੀ, ਫੈਮਿਲੀ ਦੇ ਵਿੱਚ ਇਹ ਹੁੰਦਾ, ਕਿਸੇ ਵੀ ਟੀਮ ਦੇ ਵਿੱਚ ਵੀ ਇਹ ਹੁੰਦਾ। ਇੱਕ ਪਰਸਨ ਜਦੋਂ ਆਪ ਤਣਾਅ 'ਚ ਨਾ, ਉਹ 4 ਨੂੰ ਹੋਰ ਤਣਾਅ 'ਚ ਪਾਉਂਦਾ ਜੀ, ਭਾਵੇਂ, ਹੈ ਨਾ ਜੀ। ਤਾਂ ਉਹ ਪ੍ਰੋਬਲਮ ਕੀ ਹੈ ਕਿ ਉਹਦੀ ਆਪਣੀ ਟੈਂਕੀ ਖਾਲੀ ਹੈ। ਸੋ ਮੇ ਬੀ ਉਹ ਟਾਈਮ ਹੈ, ਉਹ ਸਮਾਂ ਹੈ ਕਿ ਅਸੀਂ ਖੁਦ ਰਿਅਲਾਈਜ਼ ਕਰੀਏ ਕਿ ਨਹੀਂ ਵੀ ਮੈਂ ਇਸ ਟਾਈਮ ਬਾਕੀਆਂ ਨੂੰ ਵੀ ਸਟ੍ਰੈਸ 'ਚ ਪਾ ਰਿਹਾ, ਤੇ ਹੋ ਸਕਦਾ ਮੇਰੇ ਅੰਦਰ ਹੀ ਇਸ ਟਾਈਮ ਮੈਨੂੰ ਹੀ ਲੋੜ ਹੈ ਥੋੜੀ ਪੋਜ਼ਿਟਿਵਿਟੀ ਦੀ। ਤਾਂ ਇੱਕ ਕਦਮ ਪਿੱਛੇ ਲੈ ਕੇ 5-10 ਮਿੰਟ ਦਾ ਸਮਾਂ ਲੈ ਕੇ ਖੁਦ ਨੂੰ ਠੀਕ ਕਰਕੇ ਆਓ। ਖਾਸ ਕਰਕੇ ਜੋ ਲੀਡਰ ਨੇ ਸੰਸਥਾਵਾਂ ਦੇ, ਘਰ ਦਾ ਲੀਡਰ ਵੀ ਤੁਸੀਂ ਦੇਖੋ, ਜੇ ਘਰੇ ਜੇ ਸ਼ਾਮ ਨੂੰ ਪਿਤਾ ਜੀ ਜਾਂ ਮਾਤਾ ਵੀ ਜੋ ਮਤਲਬ ਕੰਮ ਤੋਂ ਵਾਪਸ ਪਹੁੰਚੇ ਨੇ ਤੇ ਘਰ ਪਹੁੰਚੇ ਤੇ ਬੜੇ ਤਣਾਅ 'ਚ ਪਹੁੰਚੇ, ਇੱਕਦਮ ਸਾਰੇ ਪਰਿਵਾਰ ਦੀ ਨਜ਼ਰ ਉਹਨਾਂ ਵੱਲ ਜਾਂਦੀ ਹੈ, ਤੇ ਉਹਨਾਂ ਨੂੰ ਵੀ ਲੱਗਦਾ ਕਿ ਪਤਾ ਨਹੀਂ ਘਰ ਦਾ ਮਾਹੌਲ ਚੇਂਜ ਹੋ ਜਾਂਦਾ। ਤੁਸੀਂ ਜੇ ਕਿਸੇ ਵੀ ਸੰਸਥਾ ਦੇ ਖਾਸ ਕਰਕੇ ਲੀਡਰ ਹੋ, ਜਾਂ ਜੇ ਲੋਕ ਤੁਹਾਨੂੰ ਮੰਨਦੇ ਨੇ, ਤੇ ਤੁਸੀਂ ਤੁਹਾਡੀਆਂ ਇਮੋਸ਼ਨਸ ਦੂਜਿਆਂ ਨੂੰ ਬਹੁਤ ਜ਼ਿਆਦਾ ਅਫੈਕਟ ਕਰ ਰਹੀਆਂ, ਤੁਹਾਨੂੰ ਹੋਰ ਸਟਰੋਂਗ ਹੋਣਾ ਪਏਗਾ ਜੀ, ਹੋਰ ਸਟਰੋਂਗ ਹੋਣਾ ਪਏਗਾ। ਬਿਲਕੁਲ। ਔਰ ਮੈਨੂੰ ਲੱਗਦਾ ਹੈ ਕਿ ਅੱਜ ਸਾਡੇ ਦਰਸ਼ਕ ਜਿਹੜੇ ਨੇ, ਜੇ ਉਹਨਾਂ ਨੂੰ ਕੋਈ ਤਣਾਅ ਹੈ, ਤਾਂ ਅੱਜ ਇੱਦਾਂ ਚੁਟਕੀ ਨਾਲ ਭੱਜਣ ਵਾਲਾ ਹੈ, ਕਿਉਂਕਿ ਤੁਸੀਂ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਹੈ, ਬੜੇ ਵਧੀਆ ਤਰੀਕੇ ਤੇ ਟਿਪਸ ਦੱਸੇ ਹੈ। ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਤੁਹਾਡਾ ਵੀ ਸ਼ੁਕਰੀਆ। ਥੈਂਕ ਯੂ।